ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਕਲਾਸ 9 ਲੈ ਕੇ ਆਏ ਹਾਂ ਜੀ, ਪੰਜਾਬ ਜੀਕੇ ਦੀ। ਇਸ ਚੈਨਲ ਦੇ ਉੱਤੇ ਆਪਾਂ, ਅਗਰ ਤੁਸੀਂ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਇੱਕ ਆਪਣੀ ਇਸ ਚੈਨਲ ਦੇ ਉੱਤੇ ਨਾ ਆਪਾਂ ਜੀਕੇ ਦੀ ਤਿਆਰੀ ਕਰਵਾ ਰਹੇ ਹਾਂ, ਜਿਹੜੇ ਅਪਕਮਿੰਗ ਜਿਹੜੇ ਪੰਜਾਬ ਦੇ ਐਗਜ਼ਾਮ ਹੋਣਗੇ, ਚਾਹੇ PSSB ਦਾ, ਚਾਹੇ PPSC, ਚਾਹੇ ਪੰਜਾਬ ਪੁਲਿਸ ਦਾ ਕੋਈ ਵੀ ਐਗਜ਼ਾਮ ਹੋਏਗਾ, ਜੀਕੇ ਸਬਜੈਕਟ ਤੁਹਾਡਾ 30 ਤੋਂ 50 ਨੰਬਰ ਦਾ ਪੁੱਛਿਆ ਜਾਂਦਾ ਵਾ। ਇਹ ਸਾਰਾ ਦਾ ਸਾਰਾ ਸਬਜੈਕਟ ਆਪਾਂ ਤੁਹਾਡੇ ਪੂਰੇ ਦੇ ਪੂਰੇ ਆਪਣੇ ਇਸ ਕੋਰਸ ਦੇ ਵਿੱਚ ਫ੍ਰੀ ਆਫ ਕਾਸਟ ਕਰਾਵਾਂਗੇ। YouTube ਤੇ ਕਲਾਸਾਂ ਹੁੰਦੀਆਂ ਨੇ ਇਹਦੀਆਂ, ਆਲਰੇਡੀ 42-43 ਕਲਾਸਾਂ ਹੋ ਚੁੱਕੀਆਂ ਨੇ। ਅਗਰ ਤੁਸੀਂ ਨਹੀਂ ਦੇਖੀਆਂ ਤਾਂ ਪਹਿਲਾਂ ਜਾ ਕੇ ਉਹ ਦੇਖ ਲਓ, ਠੀਕ ਹੈ ਜੀ। ਪੰਜਾਬ ਜੀਕੇ, ਪੋਲਿਟੀ ਅਤੇ ਨਾਲ ਮਾਡਰਨ ਹਿਸਟਰੀ, ਇਹ 3 ਸਬਜੈਕਟ ਆਪਾਂ ਸ਼ੁਰੂ ਕੀਤੇ ਹੋਏ ਨੇ। ਸੋ ਇਹਨਾਂ ਦੀਆਂ ਕਲਾਸਾਂ ਚੱਲ ਰਹੀਆਂ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਇਸ ਟਾਈਮ ਦੇ ਉੱਤੇ ਹੁਣ ਆਪਾਂ ਅੱਜ ਦੀ ਕਲਾਸ ਦੀ ਆਪਣੀ ਦੀ ਗੱਲ ਕਰਦੇ ਹਾਂ। ਸੋ PDF ਹਰੇਕ ਕਲਾਸ ਦੀ ਨਾ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਏਗੀ। ਟੈਲੀਗ੍ਰਾਮ ਚੈਨਲ ਦਾ ਜੋ ਲਿੰਕ ਹੈ ਉਹ ਨੀਚੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਸੋ ਉਹਦੇ ਵਿੱਚ ਵੀ ਮੈਂ ਕਾਫੀ ਸਾਰੇ ਬੱਚਿਆਂ ਦੇ ਮੈਸੇਜ ਆ ਰਹੇ ਸੀ ਕਿ ਉਹਨਾਂ ਨੂੰ PDF ਨਹੀਂ ਲੱਭ ਰਹੀ। ਹੁਣ ਮੈਂ ਉੱਥੇ ਕਲਾਸ ਵਾਈਜ਼, ਜਿੱਦਾਂ ਕਿ ਆਪਣੀਆਂ ਮਾਡਰਨ ਹਿਸਟਰੀ ਦੀਆਂ 15 ਕਲਾਸਾਂ ਹੋ ਚੁੱਕੀਆਂ ਨੇ, ਉਹਨੂੰ ਮੈਂ ਕਲਾਸ ਵਾਈਜ਼ ਅਪਡੇਟ ਕਰਤਾ ਹੋਇਆ ਵਾ। ਸੋ ਪੋਲਿਟੀ ਦੀਆਂ ਜੋ ਆਪਣੀਆਂ ਕਲਾਸਾਂ ਨੇ 19 ਕਲਾਸਾਂ ਹੋ ਚੁੱਕੀਆਂ, ਉਹ ਕਲਾਸ ਵਾਈਜ਼ ਆ। 8 ਕਲਾਸਾਂ ਆਪਣੀਆਂ ਪੰਜਾਬ ਜੀਕੇ ਦੀਆਂ ਹੋ ਗਈਆਂ ਨੇ, ਉਹ ਵੀ ਮੈਂ ਕਲਾਸ ਵਾਈਜ਼ ਅਪਲੋਡ ਕਰਤੀਆਂ ਨੇ। ਤੁਸੀਂ ਜਾ ਕੇ ਸਾਰੀਆਂ ਡਾਊਨਲੋਡ ਕਰਕੇ ਇਸ ਟਾਈਮ ਆਪਣੀਆਂ ਰੱਖ ਸਕਦੇ ਹੋ। ਸੋ ਸੇਵ ਕਰਕੇ ਜਿੱਦਾਂ ਵੀ ਤੁਹਾਨੂੰ ਠੀਕ ਲੱਗੇ, ਪਹਿਲਾਂ ਤੁਸੀਂ ਇੱਕ ਵਾਰੀ ਕਲਾਸ ਦੇਖੋ। ਕਲਾਸ ਦੇਖ ਕੇ ਤੁਸੀਂ ਉਹਨੂੰ PDF ਨੂੰ 2-3 ਵਾਰੀ ਰਿਵਾਈਜ਼ ਕਰੋਗੇ, ਤੁਹਾਨੂੰ ਬਿਲਕੁਲ ਵੀ ਪੇਪਰ ਦੇ ਵਿੱਚ ਕੁਐਸਚਨ ਤੁਹਾਡੇ ਦਿਮਾਗ ਦੇ ਵਿੱਚ ਆਪਸ਼ਨ ਦੇਖਦੇ ਸਾਰ ਹਿੱਟ ਕਰੇਗਾ, ਠੀਕ ਹੈ ਜੀ। ਪਰ ਪਹਿਲਾਂ ਤੁਸੀਂ ਇੱਕ ਵਾਰੀ ਥਿਊਰੀ ਕਲਾਸ ਜ਼ਰੂਰ ਦੇਖਣੀ ਆ, ਠੀਕ ਆ। ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਹੁਣ ਪਿਛਲੀ ਕਲਾਸ ਦੇ ਵਿੱਚ ਆਪਾਂ ਕੀਤਾ ਸੀ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਸੀ 1839 ਦੇ ਵਿੱਚ, ਕਿਉਂਕਿ 1839 ਤੱਕ ਤਾਂ ਜਿਹੜੇ ਬ੍ਰਿਟਿਸ਼ ਸਰਕਾਰ ਸੀਗੀ ਉਹ ਆਪਣੇ ਉੱਤੇ ਪੰਜਾਬ ਦੇ ਉੱਤੇ ਕਬਜ਼ਾ ਨਹੀਂ ਕਰ ਪਾ ਰਹੇ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਹੀ ਸ਼ਕਤੀਸ਼ਾਲੀ ਤੇ ਬਹਾਦਰ ਸ਼ਾਸਕ ਸੀਗੇ। ਸੋ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਿਹੜੇ ਸ਼ਾਸਕ ਆਏ, ਜੋ ਖੜਕ ਸਿੰਘ ਆਏ, ਸ਼ੇਰ ਸਿੰਘ ਆਏ, ਅਗਰ ਆਪਾਂ ਗੱਲ ਕਰੀਏ ਨੌਨਿਹਾਲ ਸਿੰਘ ਆਏ, ਤੇ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸੀ। ਸੋ ਉਹਨਾਂ ਦੀ ਉਮਰ ਹੀ ਬਹੁਤ ਘੱਟ ਸੀ, ਸੋ ਤਾਂ ਕਰਕੇ, ਕਿਉਂਕਿ ਉਹ ਨਾਬਾਲਗ ਸੀ ਉਸ ਟਾਈਮ ਦੇ ਉੱਤੇ। ਸੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਉਸ ਤੋਂ ਬਾਅਦ ਜਦੋਂ ਨਾ ਆਪਣੇ ਮਹਾਰਾਜਾ ਦਲੀਪ ਸਿੰਘ ਉਸ ਟਾਈਮ ਦੇ ਉੱਤੇ ਬਣੇ ਹੋਏ ਸੀਗੇ ਪੰਜਾਬ ਦੇ, ਠੀਕ ਹੈ, ਉਹ ਸ਼ਾਸਕ। ਤਾਂ ਦੇਖੋ ਜੀ, ਉਸ ਟਾਈਮ ਦੇ ਉੱਤੇ ਮਹਾਰਾਜਾ ਉਹ ਸੀਗੇ। ਪਹਿਲਾ ਐਂਗਲੋ ਨਾ ਸਿੱਖ ਵਾਰ ਹੋਇਆ ਕੀ ਜੀ, 1845-46 ਦੇ ਵਿੱਚ ਅੰਗਰੇਜ਼ਾਂ ਨੇ ਦੇਖਿਆ, ਕਿਉਂਕਿ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦੇ ਉੱਤੇ ਤਾਂ ਉਹ ਆਲਰੇਡੀ ਕਬਜ਼ਾ ਕਰ ਚੁੱਕੇ ਸੀ, ਪਰ ਪੰਜਾਬ ਦੇ ਉੱਤੇ ਕਬਜ਼ਾ ਨਹੀਂ ਕਰ ਪਾ ਰਹੇ ਸੀ। ਉਹਨਾਂ ਨੇ ਦੇਖਿਆ ਕਿ ਪੰਜਾਬ ਦਾ ਜਿਹੜਾ ਸ਼ਾਸਨ ਆ ਇਸ ਟਾਈਮ ਸ਼ਾਸਕ ਕਮਜ਼ੋਰ ਆ, ਠੀਕ ਹੈ, ਨਾਬਾਲਗ ਆ। ਤਾਂ ਉਹਨਾਂ ਨੇ ਕੀ ਕੀਤਾ ਜੀ, ਪਹਿਲਾਂ ਇਹਨਾਂ ਨੇ ਜੰਗ ਦੀ ਘੋਸ਼ਣਾ ਕਰਤੀ ਕਿ ਅਸੀਂ ਲੜਾਈ ਕਰਾਂਗੇ ਤੁਹਾਡੇ ਨਾਲ, ਠੀਕ ਆ। ਪਹਿਲਾ ਬਰਤਾਨਵੀ ਸਿੱਖ ਯੁੱਧ ਹੋਇਆ ਜੀ 1845-46 ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਪੇਪਰ ਦੇ ਵਿੱਚ ਪਹਿਲਾ ਕੁਐਸਚਨ ਤੁਹਾਡਾ ਪਹਿਲੀ ਲਾਈਨ ਦੇ ਵਿੱਚ ਹੀ ਕਵਰ ਹੋ ਜਾਂਦਾ ਵਾ। ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਕੀ ਆਊਗਾ, ਪੇਪਰ ਦੇ ਵਿੱਚ ਤੁਹਾਨੂੰ ਡਾਇਰੈਕਟ ਕੁਐਸਚਨ ਉਹਨਾਂ ਨੇ ਪੁੱਛ ਲੈਣਾ ਵਾ ਕਿ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ। 1845-46 ਚ ਹੋਇਆ ਸੀ। 5 ਲੜਾਈਆਂ ਇਹਦੇ ਵਿੱਚ ਲੜੀਆਂ ਗਈਆਂ ਸੀ, ਠੀਕ ਹੈ ਜੀ। ਹੁਣ ਦੇਖੋ ਜੀ, ਪਹਿਲਾ ਜਦੋਂ ਬਰਤਾਨਵੀ ਸਿੱਖ ਯੁੱਧ ਜਿਹੜਾ ਹੋਇਆ, ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾ ਸਭ ਤੋਂ ਛੋਟੇ ਪੁੱਤਰ ਜਿਹੜੇ ਸੀ ਦਲੀਪ ਸਿੰਘ, ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਨਾਬਾਲਗ ਸੀ, ਉਹਨਾਂ ਦੇ ਜਿਹੜੇ ਮਹਾਰਾਜਾ ਦੀ ਜਿਹੜੀ ਅਗਵਾਈ ਸੀ ਉਸ ਸਮੇਂ ਮਹਾਰਾਣੀ ਜਿੰਦ ਕੌਰ ਜੀ ਸੀਗੇ, ਉਹ ਉਹਨਾਂ ਦੀ ਮਤਲਬ ਉਹਨਾਂ ਨੂੰ ਦੱਸ ਰਹੀ ਸੀ ਕਿ ਇਸ ਤਰ੍ਹਾਂ ਤੁਸੀਂ ਆਪਣਾ ਇਹਨੂੰ ਆਪਣੀ ਲੜਾਈ ਨੂੰ ਲੀਡ ਕਰਨਾ ਵਾ, ਠੀਕ ਆ, ਵੀ ਕਿਸ ਤਰ੍ਹਾਂ ਤੁਸੀਂ ਬ੍ਰਿਟਿਸ਼ ਸਰਕਾਰ ਦੇ ਨਾਲ ਲੜਾਈ ਕਰਨੀ ਆ। ਤਾਂ ਬ੍ਰਿਟਿਸ਼ ਸਰਕਾਰ ਵੱਲੋਂ ਕੀ ਹੋਇਆ, ਲਾਰਡ ਹਾਰਡਿੰਗ ਸੀਗਾ ਉਸ ਟਾਈਮ ਦੇ ਉੱਤੇ ਗਵਰਨਰ ਜਨਰਲ, ਠੀਕ ਆ। ਤਾਂ ਉਹਨਾਂ ਨੇ ਆਪਣੇ ਜੰਗ ਦੀ ਘੋਸ਼ਣਾ ਕਰਤੀ। ਹੋਇਆ ਕਿ ਜੀ, ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ 1845-46 ਚ, ਠੀਕ ਆ, ਟਾਈਪਿੰਗ ਮਿਸਟੇਕ ਆ, 1845-46 ਚ ਹੋਇਆ ਸੀ। ਹੋਇਆ ਕਿ ਜੀ, ਮੁੱਦਕੀ ਦੀ ਲੜਾਈ ਹੋਈ। ਸਭ ਤੋਂ ਪਹਿਲੀ ਲੜਾਈ ਹੋਈ ਜੀ ਮੁੱਦਕੀ ਦੀ। ਪੇਪਰ 'ਚ ਡਾਇਰੈਕਟ ਕੁਐਸਚਨ ਆਊਗਾ ਕਿ ਪਹਿਲੀ ਲੜਾਈ ਕਿਹੜੀ ਸੀਗੀ, ਮੁੱਦਕੀ ਦੀ ਲੜਾਈ। ਯਾਦ ਕਰਨਾ, ਹੁਣੇ ਰੀਸੈਂਟਲੀ ਇੱਕ ਪੇਪਰ ਦੇ ਵਿੱਚ ਰਿਪੀਟ ਹੋ ਵੀ ਚੁੱਕਿਆ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, PSSB ਦਾ ਇਹ ਫੇਵਰਟ ਟੌਪਿਕ ਆ। ਲਗਭਗ ਹਰੇਕ ਐਗਜ਼ਾਮ ਦੇ ਵਿੱਚ ਇੱਕ ਕੁਐਸਚਨ ਇਹਦੇ ਵਿੱਚੋਂ ਪੁੱਛ ਹੀ ਰਹਿੰਦੇ ਨੇ ਉਹ। ਹਾਂਜੀ, ਮੁੱਦਕੀ ਦੀ ਲੜਾਈ, ਲਾਲ ਸਿੰਘ ਦੀ ਅਗਵਾਈ, ਠੀਕ ਹੈ। ਇਹਦੇ ਵਿੱਚ ਜੋ ਮੈਂ ਯੈਲੋ ਕੀਤਾ, ਰੈੱਡ ਕੀਤਾ, ਇਹ ਤੁਸੀਂ ਬਹੁਤ ਚੰਗੀ ਤਰ੍ਹਾਂ ਯਾਦ ਕਰਨਾ, ਕੋਈ ਵੱਡੀ ਗੱਲ ਨਹੀਂ, ਯਾਦ ਹੋ ਜਾਏਗਾ। ਲਾਲ ਸਿੰਘ ਦੀ ਅਗਵਾਈ 'ਚ ਜਦੋਂ ਸਿੱਖ ਫੌਜਾਂ ਨੇ ਸਤਲੁਜ ਦਰਿਆ ਪਾਰ ਕੀਤਾ, ਫਿਰ ਹੋਇਆ ਜੀ 18 ਦਸੰਬਰ 1845 ਨੂੰ ਉਹਨਾਂ ਵੱਲੋਂ ਸਰਹਗ ਗੋ, ਠੀਕ ਹੈ ਜੀ, ਸਰਹਗ ਹੋਫ ਜਿਹੜੇ ਸੀਗੇ, ਉਹਨਾਂ ਨੇ ਆਪਣੀ ਇਹਦੀ ਅਗਵਾਈ ਕੀਤੀ ਬਰਤਾਨਵੀ ਫੌਜ ਦੀ। ਤਾਂ ਇਹਨਾਂ ਦਾ ਸਾਹਮਣਾ ਹੋਇਆ। ਤਾਂ ਹੋਇਆ ਕੀ ਜੀ, ਅੱਗੇ ਲਾਲ ਸਿੰਘ ਨੇ ਉਸ ਟਾਈਮ ਦੇ ਉੱਤੇ ਧੋਖਾ ਕਰਤਾ ਸੀ, ਤਾਂ ਜਿਹਦੇ ਕਾਰਨ ਕਿ ਸਿੱਖਾਂ ਦੀ ਹਾਰ ਹੋ ਗਈ। ਪਰ ਸਿੱਖ ਸਿਪਾਹੀ ਬਹੁਤ ਹੀ ਬਹਾਦਰੀ ਨਾਲ ਲੜੇ ਤੇ ਉਹਨਾਂ ਨੇ ਦੁਸ਼ਮਣਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਸਿੰਪਲ ਚੀਜ਼ ਆ ਕਿ ਇੱਥੇ ਬ੍ਰਿਟਿਸ਼ਰ ਜਿੱਤ ਗਏ ਸੀ, ਠੀਕ ਆ। ਸੋ ਆਪਾਂ ਉਨਾ ਹੀ ਪੜਾਂਗੇ ਜਿੰਨਾ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ। ਪੜ੍ਹਨ ਨੂੰ ਆਪਾਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਵੀ ਪੜ੍ਹ ਸਕਦੇ ਹਾਂ ਜ਼ਿਆਦਾ, ਸੋ ਉਹਦੇ ਨਾਲ ਆਪਣਾ ਟਾਈਮ ਥੋੜ੍ਹਾ ਜ਼ਿਆਦਾ ਵੇਸਟ ਹੋਊਗਾ। ਸੋ ਆਪਾਂ ਇਸ ਟਾਈਮ ਦੇ ਉੱਤੇ ਸਿਲੇਬਸ ਕਵਰ ਕਰਨਾ, ਆਪਾਂ ਬਾਕੀ ਦੇ ਸਬਜੈਕਟ ਵੀ ਪੂਰੇ ਕਰਨੇ ਨੇ। ਨੈਕਸਟ ਕਰਾਂਗੇ ਜੀ ਆਪਾਂ। ਹੁਣ ਪਹਿਲੀ ਲੜਾਈ ਹੋ ਗਈ। ਦੂਜੀ ਲੜਾਈ ਹੋਈ ਜੀ ਫਿਰੋਜ਼ ਸ਼ਾਹ ਦੀ ਲੜਾਈ।
ਫਿਰੋਜ਼ਸ਼ਾਹ ਲੜਾਈ ਦੇ ਵਿੱਚ ਕੀ ਹੋਇਆ ਜੀ, ਇਹਦੇ ਵਿੱਚ ਇਹ ਲੜਾਈ ਸਭ ਤੋਂ ਪਹਿਲਾਂ ਤਾਂ 21 ਦਸੰਬਰ 1845 ਨੂੰ ਹੋਈ। ਇਹਦੀ ਡੇਟ ਵਿਦ ਈਅਰ ਯਾਦ ਕਰਨੀ ਆ। ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ, ਫਿਰੋਜ਼ ਸ਼ਹਿਰ ਦੇ ਵਿੱਚ ਹੋਈ ਸੀ। ਸਿੱਖਾਂ ਦੀ ਅਗਵਾਈ ਕਿਹਨੇ ਕੀਤੀ ਸੀ ਇਹਦੇ 'ਚ? ਲਾਲ ਸਿੰਘ ਤੇ ਤੇਜਾ ਸਿੰਘ ਨੇ। ਬਰਤਾਨਵੀ ਫੌਜਾਂ ਦਾ ਫੇਰ ਤੋਂ ਉਹੀ ਸਰ ਹੁਗੋ ਜਿਹੜਾ ਆਪਣਾ ਸੀਗਾ, ਠੀਕ ਆ, ਉਹੀ ਸੀਗਾ, ਉਹਨੇ ਹੀ ਦੁਬਾਰਾ ਫੇਰ ਅਗਵਾਈ ਕੀਤੀ। ਜ਼ਿਆਦਾਤਰ ਜਿਹੜੀਆਂ ਲੜਾਈਆਂ ਪਹਿਲੇ ਆਪਣੇ ਐਂਗਲੋ ਸਿੱਖ ਯੁੱਧ ਦੇ ਵਿੱਚ ਹੋਈਆਂ ਸੀ, ਉਹਦੇ ਵਿੱਚ ਇਹਨੇ ਹੀ ਅਗਵਾਈ ਕੀਤੀ ਸੀਗੀ। ਅੰਤਾਂ ਦੀ ਬਹਾਦਰੀ ਅਤੇ ਲਸਾਨੀ ਜੰਗ ਕੁਸ਼ਲਤਾ ਦੇ ਬਾਵਜੂਦ ਫਿਰ ਵੀ ਆਗੂਆਂ ਨੇ, ਇਹਨਾਂ ਦੇ ਜਿਹੜੇ ਆਗੂ ਸੀਗੇ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਲਾਲ ਸਿੰਘ ਤੇ ਤੇਜਾ ਸਿੰਘ, ਇਹਨਾਂ ਨੇ ਫਿਰ ਧੋਖਾ ਦਿੱਤਾ ਤਾਂ ਸਿੱਖ ਸੈਨਿਕਾਂ ਨੂੰ ਫਿਰ ਹਾਰ ਦਾ ਸਾਹਮਣਾ ਕਰਨਾ ਹੈ। ਬ੍ਰਿਟਿਸ਼ਰ ਫਿਰ ਜਿੱਤ ਗਏ, ਠੀਕ ਹੈ ਜੀ। ਦੋਨੇ ਲੜਾਈਆਂ ਬ੍ਰਿਟਿਸ਼ਰ ਜਿੱਤ ਚੁੱਕੇ ਆ। ਫਿਰ ਹੋਈ ਜੀ ਜਿਹੜੀ ਸਭ ਤੋਂ ਇੰਪੋਰਟੈਂਟ ਲੜਾਈ, ਇਹਦੇ ਵਿੱਚ ਆਪਣਾ ਜਿਹੜਾ ਜਿਨ੍ਹਾਂ ਨੇ ਅਗਵਾਈ ਕੀਤੀ ਸੀ, ਠੀਕ ਆ, ਉਹ ਚੇਂਜ ਹੋਇਆ ਜੀ। ਬੱਦੋਵਾਲ ਦੀ ਲੜਾਈ ਹੋਈ 21 ਜਨਵਰੀ 1846। ਮੋਸਟ ਇੰਪੋਰਟੈਂਟ ਲੜਾਈ, ਪੇਪਰ ਦੇ ਵਿੱਚ ਇਹ 'ਚੋਂ ਕੁਐਸਚਨ ਬਣੂਗਾ ਤੁਹਾਡਾ। ਰਣਜੋਧ ਸਿੰਘ ਮਜੀਠੀਆ, ਠੀਕ ਆ, ਰਣਜੋਧ ਸਿੰਘ ਮਜੀਠੀਆ, ਇਹਨਾਂ ਦਾ ਨਾਮ ਯਾਦ ਕਰ ਲਓ। ਸੋ ਇਹਨਾਂ ਨੇ ਆਪਣੀਆਂ ਫੌਜਾਂ ਦੇ ਨਾਲ ਸਤਲੁਜ ਦਰਿਆ ਪਾਰ ਕੀਤਾ ਤੇ ਲੁਧਿਆਣਾ ਦੇ ਨੇੜੇ ਨਾ, ਇੱਕ ਲੁਧਿਆਣਾ ਜ਼ਿਲ੍ਹੇ ਦੇ ਨੇੜੇ ਇੱਕ ਪਿੰਡ ਪੈਂਦਾ ਵਾ ਬੱਦੋਵਾਲ ਦੇ ਵਿੱਚ ਇਹਨਾਂ ਨੇ ਬਿਉਂਤ ਬਣਾਈ ਕਿ ਇੱਥੇ ਅਸੀਂ ਹਮਲਾ ਕਰਾਂਗੇ। ਉਸ ਟਾਈਮ ਦੇ ਉੱਤੇ ਹੈਨਰੀ ਸਮਿਥ ਦੀ ਅਗਵਾਈ ਹੋ ਗਈ ਸੀ, ਠੀਕ ਆ। ਤਾਂ ਫੌਜਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬੱਦੋਵਾਲ ਦੇ ਨੇੜੇ, ਤਰੀਕ ਯਾਦ ਕਰਨੀ ਹੈ 21 ਜਨਵਰੀ ਨੂੰ ਜਿਹੜੀ ਲੜਾਈ ਹੋਈ, ਇਹਦੇ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਨਾਲ ਮਾਤ ਦਿੱਤੀ। ਸੋ ਇਹਦੀ ਸਿੱਟਾ ਇਹੀ ਨਿਕਲਿਆ ਕਿ ਸਿੱਖ ਫੋਰਸ ਜਿੱਤ ਗਈ। ਬਸ ਸਿੱਧੀ ਗੱਲ ਆ। ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਇਹਨਾਂ ਦਾ ਜੋ ਯੈਲੋ ਕੀਤਾ ਹੋਇਆ ਮੇਰਾ, ਰਣਜੋਧ ਸਿੰਘ ਮਜੀਠੀਆ ਨਾਮ ਯਾਦ ਕਰ ਲਓ। ਸਿੱਖਾਂ ਵੱਲੋਂ, ਅੰਗਰੇਜ਼ਾਂ ਵੱਲੋਂ ਹੈਨਰੀ ਸਮਿਥ ਸੀ। ਬੱਦੋਵਾਲ ਦੇ ਨੇੜੇ ਲੁਧਿਆਣਾ ਜ਼ਿਲ੍ਹੇ 'ਚ ਲੜਾਈ ਹੋਈ ਸੀ। ਸਿੱਖ ਸੈਨਿਕ ਜਿਹੜੀ ਫੋਰਸ ਸੀਗੀ ਉਹ ਜਿੱਤ ਗਈ ਸੀ। ਬਸ ਠੀਕ ਹੈ ਜੀ। ਨੈਕਸਟ ਕਰਦੇ ਹਾਂ ਜੀ ਆਪਾਂ। ਹੁਣ ਅਗਲੀ ਲੜਾਈ ਹੋਈ ਜੀ ਆਲੀਵਾਲ ਦੀ ਲੜਾਈ। ਬਹੁਤ ਹੀ ਇੰਪੋਰਟੈਂਟ ਲੜਾਈ ਆ ਇਹ, ਠੀਕ ਹੈ। ਚੌਥੀ ਲੜਾਈ ਸੀਗੀ ਇਹਦੇ ਵਿੱਚ। ਸੋ ਇਹਦੇ ਵਿੱਚ 28 ਜਨਵਰੀ 1846 ਨੂੰ ਹੋਈ ਸੀ। ਫਿਰੋਜ਼ਪੁਰ ਤੋਂ ਸਹਾਇਤਾ ਮਿਲਦੀ, ਜਦੋਂ ਫਿਰੋਜ਼ਪੁਰ ਤੋਂ ਸਹਾਇਤਾ ਮਿਲ ਗਈ ਤਾਂ ਹੈਨਰੀ ਸਮਿਥ ਨੇ ਕੀ ਕੀਤਾ ਜੀ, ਉਹਨੇ ਰਣਜੋਧ ਸਿੰਘ ਦੀ ਅਗਵਾਈ, ਉਸ ਟਾਈਮ ਦੇਖੋ ਦੁਬਾਰਾ ਫਿਰ ਰਣਜੋਧ ਸਿੰਘ ਮਜੀਠੀਆ ਹੀ ਅਗਵਾਈ ਕਰ ਰਹੇ ਸੀ ਉਸ ਟਾਈਮ, ਠੀਕ ਹੈ ਜੀ, ਸਿੱਖ ਸੈਨਿਕਾਂ ਦੀ। ਤਾਂ ਅਗਵਾਈ ਹੇਠ ਜਦੋਂ ਸਿੱਖ ਸੈਨਾ ਨੇ ਤੇ 28 ਜਨਵਰੀ ਨੂੰ ਹਮਲਾ ਹੋਇਆ ਤਾਂ ਸਿੱਖਾਂ ਦੀ ਇਸ ਲੜਾਈ 'ਚ ਹਾਰ ਹੋਈ। ਸੋ ਇਹਦੇ ਵਿੱਚ ਬ੍ਰਿਟਿਸ਼ਰ ਜਿੱਤ ਗਏ। ਸੋ ਕੁੱਲ ਮਿਲਾ ਕੇ ਅਗਰ ਆਪਾਂ ਦੇਖੀਏ ਤਾਂ ਅਜੇ ਤੱਕ 4 ਦੇ ਵਿੱਚੋਂ ਇੱਕ ਲੜਾਈ ਹੀ ਆਪਣੇ ਸਿੱਖ ਜਿੱਤੇ ਸੀਗੇ। ਸੋ ਸਰਭਾਓ ਦੀ ਲੜਾਈ ਹੋਈ। ਸਰਭਾਓ, ਸੋ ਇਹਦਾ ਮੇਨ ਕਾਰਨ ਇਹੀ ਸੀਗਾ, ਜਿਹੜੀ ਪਹਿਲਾਂ ਆਪਣੀ ਐਂਗਲੋ ਯੁੱਧ ਹੋਇਆ ਸੀ ਨਾ, ਸੋ ਬਾਰ-ਬਾਰ ਮਿਸਟੇਕਲੀ ਮੇਥੋਂ ਵਿਸ਼ਵ ਯੁੱਧ ਨਿਕਲ ਰਿਹਾ ਵਾ। ਸੋ ਜਿਹੜਾ ਐਂਗਲੋ ਸਿੱਖ ਯੁੱਧ ਸੀਗਾ ਨਾ, ਜਿਹੜਾ ਹੋਇਆ ਸੀ, ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੇ ਆਪਣੇ ਜੋ ਸਿੱਖਾਂ ਦੇ ਵੱਲੋਂ ਜੋ ਅਗਵਾਈ ਕਰਦੇ ਸੀ, ਉਹਦੇ ਵਿੱਚ ਕੁਛ ਜਿਹੜੇ ਨੇਤਾ ਸੀਗੇ, ਲੀਡਰ ਸੀਗੇ ਇਹਨਾਂ ਦੇ, ਉਹ ਇਹਨਾਂ ਨੂੰ ਧੋਖਾ ਦੇ ਦਿੰਦੇ ਹੁੰਦੇ ਸੀ, ਮਤਲਬ ਰਲ ਜਾਂਦੇ ਸੀ ਜਾਂ ਉਹ ਮੈਦਾਨ ਛੱਡ ਕੇ ਭੱਜ ਜਾਂਦੇ ਹੁੰਦੇ ਸੀ। ਉਹਦੇ ਕਰਕੇ ਆਪਾਂ ਨੂੰ ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀ, ਉਹਦੇ ਵਿੱਚ ਜ਼ਿਆਦਾਤਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਜੀ ਪਹਿਲੇ ਯੁੱਧ ਦੀ ਆਖਰੀ ਤੇ ਫੈਸਲਾਕੁੰਨ ਲੜਾਈ ਹੋਈ, ਜਿਹਦੇ 'ਚ ਕਿ ਸਤਲੁਜ ਦਰਿਆ ਦੇ ਕੰਢੇ ਹੋਈ, ਸਰਭਾਓ ਵਿਖੇ ਹੋਈ। ਸੋ ਇਹਨਾਂ ਦਾ ਨਾਮ ਜ਼ਰੂਰ ਯਾਦ ਕਰਦੇ ਹਾਂ ਕਿ ਕਿੱਥੇ ਹੋਈ। ਇਹਦੇ ਯੁੱਧ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੇਜ ਸਿੰਘ ਤੇ ਲਾਲ ਸਿੰਘ, ਇਹਨਾਂ ਨੇ ਫਿਰ ਧੋਖਾ ਦਿੱਤਾ ਤੇ ਇਹ ਆਪਦਾ ਛੱਡ ਕੇ ਭੱਜ ਗਏ। ਪਰ ਸ਼ਾਮ ਸਿੰਘ ਅਟਾਰੀ ਵਾਲੀਆ, ਠੀਕ ਹੈ ਜੀ, ਸ਼ਾਮ ਸਿੰਘ ਅਟਾਰੀ ਵਾਲੀਆ ਜਿਹੜੇ ਸੀ ਉਹ ਬਹੁਤ ਹੀ ਬਹਾਦਰੀ ਨਾਲ ਲੜਦੇ ਰਹੇ ਤੇ ਸ਼ਹੀਦ ਹੋ ਗਏ। ਆਪਣੇ ਆਗੂਆਂ ਵੱਲੋਂ ਦਿੱਤੇ ਹੋਏ ਧੋਖੇ ਕਾਰਨ ਸਿੱਖ ਹਾਰ ਗਏ, ਪਰ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ, ਠੀਕ ਆ। ਸੋ ਲਗਭਗ 320 ਬਰਤਾਨੀ ਫੌਜੀ ਮਾਰੇ ਗਏ। ਸੋ ਲੜਾਈ ਬਹੁਤ ਤਕੜੀ ਹੋਈ ਸੀਗੀ ਇਹ, ਪਰ ਜਦੋਂ ਇਹਨਾਂ ਨੇ ਹੀ ਧੋਖਾ ਦਿੱਤਾ ਆਪਾਂ ਨੂੰ, ਤੇਜ ਸਿੰਘ ਤੇ ਲਾਲ ਸਿੰਘ, ਪਰ ਜਿਹੜੇ ਇੱਕ ਲੀਡਰ ਸੀਗੇ ਸ਼ਾਮ ਸਿੰਘ ਅਟਾਰੀ ਵਾਲੀਆ, ਇਹ ਬਹੁਤ ਹੀ ਬਹਾਦਰੀ ਨਾਲ ਉੱਥੇ ਲੜਦੇ ਰਹੇ। ਸੋ ਬ੍ਰਿਟਿਸ਼ਰ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਜਿੱਤ ਗਏ ਸੀ। ਹੁਣ ਆਪਾਂ ਸਿੱਧੀ ਜਿਹੀ ਗੱਲ ਆ ਕਿ ਸਰਭਾਓ ਦੀ ਲੜਾਈ ਹੋ ਗਈ। ਉਸ ਤੋਂ ਬਾਅਦ ਕੀ ਕੀਤਾ ਜੀ, ਸੋ ਬ੍ਰਿਟਿਸ਼ਰ ਨੂੰ ਵੀ ਥੋੜ੍ਹਾ ਜਿਹਾ ਧੱਕਾ ਤਾਂ ਲੱਗਿਆ ਕਿ ਇਹਦੇ ਨਾਲ ਜੋ ਲੜਾਈ ਹੋ ਰਹੀ ਸੀ, ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਥੋੜ੍ਹੀ ਜਿਹੀ ਘਬਰਾ ਗਏ ਸੀ ਉਹ। ਉਹਨਾਂ ਨੂੰ ਥੋੜ੍ਹਾ ਜਿਹਾ ਇਹ ਲੱਗ ਰਿਹਾ ਸੀ ਵੀ ਹਾਂ ਕਾਫੀ ਸਾਰੇ ਇਹਨਾਂ ਨੇ ਸਾਡੀ ਆਰਮੀ ਕਿਲ ਕਰਤੀ ਹੋਈ ਆ। ਤਾਂ ਇਹਨਾਂ ਨੇ ਕੀ ਕੀਤਾ, ਇੱਕ ਨਾ ਸੰਧੀ ਹੋ ਗਈ। ਉਸ ਟਾਈਮ ਦੇ ਉੱਤੇ ਇਹੀ ਹੁੰਦੀ ਸੀ। ਉਸ ਟਾਈਮ ਦੇ ਉੱਤੇ ਜਦੋਂ ਉਹਨਾਂ ਨੂੰ ਲੱਗਾ ਕਿ ਅਸੀਂ ਪੂਰੀ ਤਰ੍ਹਾਂ ਪੰਜਾਬ ਦੇ ਉੱਤੇ ਅਜੇ ਵੀ ਕਬਜ਼ਾ ਨਹੀਂ ਕਰ ਸਕਦੇ, ਅਜੇ ਵੀ ਪੰਜਾਬ ਦੇ ਵਿੱਚ ਇੰਨੇ ਯੋਧੇ ਹੈਗੇ ਆ ਕਿ ਉਹ ਅਜੇ ਵੀ ਸਾਨੂੰ ਕਬਜ਼ਾ ਨਹੀਂ ਕਰਨ ਦੇਣਗੇ, ਤਾਂ ਸਾਨੂੰ ਵੇਟ ਕਰਨਾ ਚਾਹੀਦਾ। ਸੋ ਇਹਨਾਂ ਨੇ ਕੀ ਕੀਤਾ, ਇੱਕ ਨਾ ਸੰਧੀ ਹੋਈ ਇਹਨਾਂ ਦੇ ਵਿੱਚ, ਠੀਕ ਹੈ ਜੀ। ਸੋ ਸੰਧੀ ਹੋਈ। ਮਹਾਰਾਜਾ ਦਲੀਪ ਸਿੰਘ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਟਾਈਮ ਮਹਾਰਾਜਾ ਦਾ ਦਲੀਪ ਸਿੰਘ, ਚਾਹੇ ਉਹ ਨਾਬਾਲਗ ਸੀਗੇ, ਠੀਕ ਆ, ਸੋ ਉਹ ਮਹਾਰਾਜਾ ਹੋਈ ਸੀਗੇ। ਉਹਨਾਂ ਨੇ ਕੀ ਕੀਤਾ ਜੀ, ਸਰਭਾਓ ਦੀ ਲੜਾਈ ਹੋਈ, ਜਿਹਦੇ ਵਿੱਚ ਕਿ ਜੇਤੂ ਹੋਣ ਮਗਰੋਂ ਬਰਤਾਨਵੀ ਗਵਰਨਰ ਜਨਰਲ, ਜਿਹੜਾ ਮੈਂ ਤੁਹਾਨੂੰ ਕਿਹਾ ਲਾਰਡ ਹਾਰਡਿੰਗ ਸੀਗਾ ਉਸ ਟਾਈਮ ਦੇ ਉੱਤੇ, ਤਾਂ ਉਹਨੇ ਮਹਾਰਾਜਾ ਰਣਜੀਤ ਸਿੰਘ ਨਾਲ 9 ਮਾਰਚ 1846 ਨੂੰ ਲਾਹੌਰ ਦੀ ਸੰਧੀ ਕੀਤੀ। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ, ਇਹਨੂੰ ਤੁਸੀਂ ਰੱਟ ਲੈਣਾ ਪੇਪਰ ਦੇ ਵਿੱਚ। ਮੈਂ ਤੁਹਾਨੂੰ ਪਿਛਲੀ ਇੱਕ ਕਲਾਸ ਦੇ ਵਿੱਚ ਵੀ ਕਿਹਾ ਸੀ ਕਿ ਉਹ 1809 ਵਾਲੀ ਜਿਹੜੀ ਸੰਧੀ ਹੋਈ ਸੀ, ਠੀਕ ਆ ਜੀ, ਜਿਹੜੀ ਟ੍ਰੀਟੀ ਹੋਈ ਸੀ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿੱਚ ਹੋਈ ਸੀ, ਉਹਦੇ ਨਾਲ ਤੁਹਾਨੂੰ ਕਨਫਿਊਜ਼ ਦੇ ਕੇ ਆਪਸ਼ਨ ਪੱਕਾ 100% ਇਹ ਪਾਉਣਗੇ, ਤੁਸੀਂ ਕਨਫਿਊਜ਼ ਨਹੀਂ ਹੋਣਾ। ਇਹਦੇ 'ਚ ਲਾਹੌਰ ਦੀ ਸੰਧੀ 9 ਮਾਰਚ 1846 ਨੂੰ ਲਾਰਡ ਹਾਰਡਿੰਗ ਤੇ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਹੋਈ ਸੀ। ਹੁਣ ਕੀ ਹੋਇਆ ਜੀ,
ਇਹ ਤਾਂ ਸੰਧੀ ਹੋ ਗਈ। ਫਿਰ ਇੱਕ ਸੰਧੀ ਹੋਰ ਹੋਈ ਸੀ 16 ਦਸੰਬਰ 1846 ਨੂੰ, ਇੱਕ ਸਹਾਇਕ ਸੰਧੀ ਹੋ ਗਈ ਸਬਸਿਡਰੀ ਅਲਾਇੰਸ। ਸੋ ਜਿਹਨੂੰ ਭਰੋਵਾਲ ਦੀ ਸੰਧੀ ਕਹਿੰਦੇ ਸੀ, ਭਰੋਵਾਲ ਦੀ ਸੰਧੀ, ਠੀਕ ਹੈ। ਪੇਪਰ ਦੇ ਵਿੱਚ ਇਹ ਵੀ ਆ ਸਕਦਾ ਕਿ ਇਹ ਸੰਧੀ ਕਦੋਂ ਹੋਈ ਸੀ, 16 ਦਸੰਬਰ 1846 ਨੂੰ। ਇਹਦੇ ਅਨੁਸਾਰ 8 ਸਿੱਖਾਂ ਦਾ ਇੱਕ ਪ੍ਰਤੀਨਿਧੀ ਮੰਡਲ ਬਣਾਇਆ ਗਿਆ ਤੇ ਬਰਤਾਨਵੀ ਫੌਜਾਂ ਉਦੋਂ ਤੱਕ ਉੱਥੇ ਹੀ ਰਹਿਣਗੀਆਂ ਜਦੋਂ ਤੱਕ ਦਲੀਪ ਸਿੰਘ ਬਾਲਗ ਨਹੀਂ ਹੋ ਜਾਂਦੇ। ਮਤਲਬ ਉਹਨਾਂ ਨੇ ਕਹਿਤਾ ਹੈ ਕਿ ਇੱਕ ਸਹਾਇਕ ਸੰਧੀ ਹੋ ਗਈ, ਜਦੋਂ ਦਲੀਪ ਸਿੰਘ ਬਾਲਗ ਹੋ ਜਾਣਗੇ ਉਦੋਂ ਉਹ ਆਪਦਾ ਰਾਜਪਾਟ ਸੰਭਾਲ ਸਕਦੇ ਨੇ, ਅਦਰਵਾਈਜ਼ ਸਾਡੇ ਕੁਝ ਸੈਨਿਕ ਇੱਥੇ ਫੌਜਾਂ ਇੱਥੇ ਰਹਿਣਗੀਆਂ, ਠੀਕ ਹੈ ਜੀ। ਸੋ ਕਬਜ਼ਾ ਉਦੋਂ ਵੀ ਉਹ ਪੰਜਾਬ ਨੂੰ ਉਹਦੇ ਵਿੱਚ ਨਹੀਂ ਮਿਲਾ ਸਕੇ ਸੀ ਬ੍ਰਿਟਿਸ਼ ਰਾਜ ਦੇ ਵਿੱਚ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬ੍ਰਿਟਿਸ਼ ਜਿਹੜੇ ਸੀਗੇ ਆਪਣੇ ਪੰਜਾਬ ਦੇ ਉੱਤੇ ਬ੍ਰਿਟਿਸ਼ਰ ਜ਼ਿਆਦਾ ਟਾਈਮ ਕਬਜ਼ਾ ਨਹੀਂ ਸੀ ਰੱਖਿਆ ਉਹਨਾਂ ਨੇ, ਜਿਹੜੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਕਰਕੇ। ਤਾਂ ਉਸ ਤੋਂ ਪਹਿਲਾਂ ਵੀ ਅਗਰ ਆਪਾਂ ਗੱਲ ਕਰੀਏ ਤਾਂ ਮੁਗਲਾਂ ਨਾਲ ਵੀ ਇਸੇ ਤਰ੍ਹਾਂ ਨਾਲ ਹੁੰਦਾ ਰਿਹਾ ਸੀ ਕਿ ਪੰਜਾਬ ਦੇ ਉੱਤੇ ਜਿਹੜੇ ਯੋਧੇ ਸੀਗੇ ਉਹ ਛੇਤੀ ਕਿਤੇ ਇਹਨਾਂ ਨੂੰ ਕਬਜ਼ਾ ਕਰਨ ਨਹੀਂ ਦਿੱਤੇ। ਸੋ ਆਪਾਂ ਦੇਖਿਆ ਸੀਗਾ ਜੋ ਉਹਦੇ ਉੱਤੇ ਤਾਂ ਕੰਟਰੋਲ ਕਰ ਰਹੇ ਸੀ, ਬੰਗਾਲ ਦੇ ਉੱਤੇ ਵੀ ਕਰ ਰਹੇ ਸੀ, ਸਾਰੇ ਪਾਸੇ ਕੰਟਰੋਲ ਕਰ ਰਹੇ ਸੀਗੇ। ਪਰ ਭਾਰਤ ਦੇ ਜਿਹੜੇ ਪੰਜਾਬ ਹਿੱਸਾ ਸੀ ਇਹਨੂੰ ਇਹਨਾਂ ਨੇ, ਹੁਣ ਆਪਾਂ ਅਗਲੀ ਇਹਦੇ ਵਿੱਚ ਪੜ੍ਹਦੇ ਹਾਂ ਟੌਪਿਕ ਦੇ ਵਿੱਚ। ਸੋ ਅਜੇ ਮੈਂ ਤੁਹਾਨੂੰ ਨਹੀਂ ਦੱਸਿਆ ਕਦੋਂ ਕਬਜ਼ਾ ਕਰ ਲਿਆ ਸੀ ਇਹਨਾਂ ਨੇ, ਠੀਕ ਹੈ ਜੀ। ਸੋ ਹੁਣ ਦੇਖੋ ਜੀ, ਸਰ ਹੈਨਰੀ ਲਾਰੈਂਸ ਨੂੰ ਉੱਥੋਂ ਦਾ ਰੈਜ਼ੀਡੈਂਟ ਬਣਾਤਾ। ਮਤਲਬ ਇੱਕ ਬੰਦੇ ਨੂੰ ਉਹ ਰੈਜ਼ੀਡੈਂਟ ਬਣਾ ਕੇ ਵੀ ਹਾਂ ਵੀ ਤੂੰ ਦੇਖ ਦੇਖ ਕਰਨੀ ਆ, ਜਦੋਂ ਉਹ ਬਾਲਗ ਹੋ ਗਿਆ ਤਾਂ ਤੁਹਾਨੂੰ ਉਹਨਾਂ ਨੂੰ ਅਸੀਂ ਰਾਜਪਾਟ ਉਹ ਕਰ ਦਾਂਗੇ। ਸੋ ਇਹਦੇ ਵਿੱਚ ਵੀ ਤੁਹਾਨੂੰ ਕਨਫਿਊਜ਼ ਕਰਨਗੇ, ਇੱਥੇ ਤੁਹਾਨੂੰ ਜੌਨ ਲਾਰੈਂਸ ਨਾਮ ਦੇਣਗੇ ਕਿ ਕਿਹਨੂੰ 1846 ਦੇ ਵਿੱਚ ਬ੍ਰਿਟਿਸ਼ ਦਾ ਰੈਜ਼ੀਡੈਂਟ ਬਣਾਇਆ ਗਿਆ ਸੀ, ਜੌਨ ਲਾਰੈਂਸ ਨਾਮ ਦੇਣਗੇ। ਬਟ ਇਹ ਤੁਹਾਡਾ ਗਲਤ ਹੋਏਗਾ, ਇਹ 'ਚ ਕਨਫਿਊਜ਼ ਨਹੀਂ ਹੋਣਾ। ਇਹ ਪੰਜਾਬ ਦਾ ਲੈਫਟੀਨੈਂਟ ਗਵਰਨਰ ਬਣਾਇਆ ਗਿਆ ਸੀ, ਠੀਕ ਹੈ, ਇਹਨੂੰ, ਜਾਂ ਚੀਫ ਕਮਿਸ਼ਨਰ। ਉਹ ਤੁਹਾਨੂੰ ਮੈਂ ਅੱਗੇ ਪੜ੍ਹ ਕੇ ਦੱਸ ਦਾਂਗਾ ਅਗਲੀ ਆਪਣੇ ਜੋ ਇਸੇ ਕਲਾਸ ਦੇ ਐਂਡ ਦੇ ਉੱਤੇ ਮੇਰਾ ਐਡ ਕੀਤਾ ਹੋਇਆ ਕਿ ਜੌਨ ਲਾਰੈਂਸ ਕੀ ਸੀ, ਕੌਣ ਬਣਿਆ ਸੀ। ਫਿਲਹਾਲ ਤੁਸੀਂ ਰੈਜ਼ੀਡੈਂਟ ਯਾਦ ਕਰਨਾ, ਜਿਹੜਾ ਬ੍ਰਿਟਿਸ਼ ਵੱਲੋਂ ਇੱਕ ਰੈਜ਼ੀਡੈਂਟ ਅਪਾਇੰਟ ਕੀਤਾ ਸੀ ਉਹ ਸੀ ਹੈਨਰੀ ਲਾਰੈਂਸ, ਨਾਮ ਸੇਮ ਆ, ਬਸ ਤੁਸੀਂ ਆਪਦਾ ਉਹ ਯਾਦ ਕਰਨਾ ਕਿ ਹੈਨਰੀ ਲਾਰੈਂਸ ਰੈਜ਼ੀਡੈਂਟ ਸੀਗਾ, ਬਟ ਜੌਨ ਲਾਰੈਂਸ ਜਿਹੜਾ ਸੀਗਾ ਉਹ ਚੀਫ ਕਮਿਸ਼ਨਰ ਸੀਗਾ। ਤੇ ਜਿਹੜਾ ਆਪਣਾ ਜੌਨ ਲਾਰੈਂਸ ਦੀ ਗੱਲ ਕਰਦਾ, ਠੀਕ ਹੈ, ਜੌਨ ਲਾਰੈਂਸ ਜਿਹੜਾ ਸੀਗਾ ਉਹ ਆਪਣਾ ਚੀਫ ਕਮਿਸ਼ਨਰ ਸੀਗਾ ਉਸ ਟਾਈਮ ਦੇ ਉੱਤੇ, ਤੇ ਨਾਲ ਲੈਫਟੀਨੈਂਟ ਗਵਰਨਰ ਵੀ ਹੈਨਰੀ ਲਾਰੈਂਸ ਹੀ ਸੀਗਾ, ਠੀਕ ਆ। ਸੋ 1853 ਤੇ 49 ਦੇ ਵਿੱਚ ਬਣਿਆ ਸੀ। ਹੁਣ ਦੇਖੋ ਜੀ ਅੱਗੇ, ਹੁਣ ਜੇ ਲਾਹੌਰ ਦੀ ਸੰਧੀ ਦੇ ਅਨੁਸਾਰ, ਹੁਣ ਸੰਧੀ ਤਾਂ ਹੋ ਗਈ, ਸੰਧੀ 'ਚ ਕੀ ਹੋਇਆ ਸੀ ਜਿਹੜਾ 9 ਮਾਰਚ 1846 ਨੂੰ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਰਾਜਾ ਵਜੋਂ ਮਾਨਤਾ ਤਾਂ ਦੇਤੀ ਇਹਨਾਂ ਨੇ, ਠੀਕ ਹੈ ਜੀ, ਮਹਾਰਾਜਾ ਦਲੀਪ ਸਿੰਘ ਨੂੰ, ਸੌਰੀ। ਸੋ 1.5 ਲੱਖ ਦਾ ਮੁਆਵਜ਼ਾ ਮੰਗ ਲਿਆ ਨਾ ਕਿ 1.5 ਲੱਖ ਰੁਪਈਆ ਦਿਓ ਸਾਨੂੰ। ਸੋ ਬਿਆਸ ਤੇ ਸਤਲੁਜ ਵਿਚਲੇ ਖੇਤਰਾਂ ਨੂੰ ਬਰਤਾਨਵੀ ਰਾਜ ਵਿੱਚ ਮਿਲਾ ਲਿਆ ਗਿਆ, ਠੀਕ ਆ। ਸਤਲੁਜ ਦੇ ਦੋਵਾਂ ਕੰਢਿਆਂ ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ। ਸੋ ਰਾਜ ਇਦਾਂ ਨਹੀਂ ਮੈਂ ਕਹਿ ਰਿਹਾ ਕਿ ਨਹੀਂ ਹੋ ਗਿਆ ਸੀ, ਰਾਜ ਹੋ ਰਿਹਾ ਸੀ, ਪਰ ਪੂਰੀ ਤਰ੍ਹਾਂ ਨਾਲ ਪੰਜਾਬ ਤੇ ਕਬਜ਼ਾ ਨਹੀਂ ਸੀ ਕਰ ਪਾ ਰਹੇ ਉਹ ਅਜੇ ਵੀ। ਆ ਪੇਪਰ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਕਿ ਕਿਹੜੇ ਸ਼ਾਸਕ ਨੂੰ 1 ਕਰੋੜ ਰੁਪਏ ਦੀ ਥਾਂ ਤੇ ਜੰਮੂ ਕਸ਼ਮੀਰ ਦਿੱਤਾ ਗਿਆ ਸੀ। ਯਾਦ ਰੱਖਣਾ ਇਹ ਤੁਸੀਂ, ਗੁਲਾਬ ਸਿੰਘ, ਠੀਕ ਆ, ਗੁਲਾਬ ਸਿੰਘ ਨਾਂ ਇਹਦਾ ਰੱਟ ਲਓ, ਪੇਪਰ ਦੇ ਵਿੱਚ ਪੰਜਾਬ ਦੇ ਪੇਪਰਾਂ 'ਚ ਬਹੁਤ ਵਾਰ ਰਿਪੀਟ ਹੋਇਆ। ਹੁਣ ਜੀ ਆ ਗਏ ਆਪਾਂ ਦੂਜੇ ਐਂਗਲੋ ਯੁੱਧ ਤੇ। ਐਂਗਲੋ ਸਿੱਖ ਯੁੱਧ ਹੋਇਆ 1848-49 'ਚ। ਪਹਿਲਾਂ ਆਪਾਂ ਦੇਖਿਆ ਕਿ 1845-46 'ਚ ਹੋਇਆ ਸੀ, ਜਿਹਦੇ ਵਿੱਚ ਕਿ 5 ਲੜਾਈਆਂ ਹੋਈਆਂ ਸੀ। 4 ਅੰਗਰੇਜ਼ ਜਿੱਤ ਗਏ ਸੀ, 1 ਜਿੱਤੇ ਸੀਗੇ ਆਪਣੇ ਸਿੱਖ ਸੈਨਿਕ। ਸੋ 1 ਆਪਣੀ ਇਹ ਜਿੱਤ ਗਏ ਸੀ। ਸੋ ਉਸ ਤੋਂ ਬਾਅਦ ਇੱਕ ਸੰਧੀ ਹੋਈ 1846 ਈਸਵੀ ਦੇ ਵਿੱਚ, 9 ਮਾਰਚ 1846 ਨੂੰ ਸੰਧੀ ਹੋਈ ਲਾਹੌਰ ਦੀ। ਤਾਂ ਉਸ ਤੋਂ ਬਾਅਦ ਕੀ ਹੋਇਆ ਜੀ, ਲਾਰਡ ਡਲਹੌਜ਼ੀ ਉਸ ਟਾਈਮ ਦੇ ਉੱਤੇ ਨਾ ਗਵਰਨਰ ਜਨਰਲ ਬਣ ਗਿਆ। ਸੋ ਪਹਿਲਾਂ ਲਾਰਡ ਹਾਰਡਿੰਗ ਸੀਗਾ, ਲਾਰਡ ਡਲਹੌਜ਼ੀ ਬਣ ਗਿਆ ਜੀ ਪੰਜਾਬ ਦਾ, ਸੌਰੀ ਬ੍ਰਿਟਿਸ਼ ਭਾਰਤ ਦਾ, ਜਿਹੜਾ ਬ੍ਰਿਟਿਸ਼ ਭਾਰਤ ਦਾ ਗਵਰਨਰ ਜਨਰਲ, ਠੀਕ ਹੈ ਜੀ। ਇਹਨੇ ਕੀ ਕੀਤਾ ਜੀ 1848-49 ਦੇ ਵਿੱਚ ਜਦੋਂ ਇਹ ਬਣਿਆ ਤਾਂ ਇਹਨੇ ਨਾਲੇ ਇਹਨੇ ਕੀ ਕੀਤਾ ਜੀ, ਉਸ ਟਾਈਮ ਦੇ ਉੱਤੇ ਵੀ ਮਹਾਰਾਜਾ ਦਲੀਪ ਸਿੰਘ ਅਜੇ ਵੀ ਨਾਬਾਲਗ ਸ਼ਾਸਕ ਸੀਗੇ। ਤਾਂ ਇਹਨੇ ਦੁਬਾਰਾ ਫੇਰ ਕੀ ਕੀਤਾ, ਇਹਨੇ ਕਿਹਾ ਵੀ ਹਾਂ ਵੀ ਮੈਂ ਹਮਲਾ ਕਰੂੰਗਾ ਤਾਂ ਮੈਂ ਆਪਣੇ ਇਸ ਟਾਈਮ ਪੰਜਾਬ ਨੂੰ ਬ੍ਰਿਟਿਸ਼ ਰਾਜ ਦੇ ਭਾਰਤ ਦੇ ਵਿੱਚ ਮਿਲਾਊਂਗਾ। ਹੁਣ ਦੇਖੋ ਜੀ ਅੱਗੇ ਕੀ ਹੋਇਆ। ਇਹ ਵਾਲੀ ਲੜਾਈ ਦੇ ਵਿੱਚੋਂ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ, ਪਹਿਲੀ ਦੇ ਵਿੱਚੋਂ ਵੀ ਪੁੱਛੇ ਜਾਂਦੇ, ਬਟ ਇਹਦੇ ਵਿੱਚੋਂ ਜ਼ਿਆਦਾ ਪੁੱਛੇ ਜਾਂਦਾ। ਕਿਉਂ ਪੁੱਛੇ ਜਾਂਦੇ ਨੇ ਇਹ ਮੈਂ ਤੁਹਾਨੂੰ ਦੱਸਦਾ ਵਾਂ। ਦੇਖੋ ਜੀ, ਅੰਗਰੇਜ਼ਾਂ ਅਤੇ ਸਿੱਖਾਂ ਦਰਮਿਆਨ ਜਦੋਂ ਲੜਾਈਆਂ ਲੜੀਆਂ ਗਈਆਂ ਤਾਂ ਪਹਿਲੀ ਲੜਾਈ ਹੋਈ ਜੀ ਰਾਮਨਗਰ ਦੀ ਲੜਾਈ, ਬੈਟਲ ਆਫ ਰਾਮਨਗਰ 'ਚ 22 ਨਵੰਬਰ 1848 ਈਸਵੀ ਨੂੰ ਇਹ ਲੜਾਈ ਹੋਈ ਸੀ। ਨਾਮ ਯਾਦ ਕਰ ਲਓ, ਇੰਪੋਰਟੈਂਟ ਲੜਾਈ ਆ। ਫਿਰ ਸਰ ਹਿਊਜ ਗੌਫ ਆ ਗਏ, ਠੀਕ ਹੈ ਜੀ, ਆਪਣੇ। ਸੋ ਉਹਦੀ ਕਮਾਂਡ ਹੇਠ ਰਾਵੀ ਦਰਿਆ ਪਾਰ ਕੀਤਾ ਉਹਨਾਂ ਨੇ। ਤਾਂ ਸ਼ੇਰ ਸਿੰਘ ਅਟਾਰੀਆ ਵਾਲੇ ਬਹੁਤ ਮਹੱਤਵਪੂਰਨ ਸ਼ਾਸਕ ਨੇ, ਇਹਦੀ ਅਗਵਾਈ 'ਚ ਸਿੱਖ ਫੌਜਾਂ ਨੇ ਮੋਰਚਾ ਲਾਇਆ ਹੋਇਆ ਸੀ। ਤਾਂ 22 ਨਵੰਬਰ ਨੂੰ ਰਾਮਨਗਰ 'ਚ ਦੋਵਾਂ 'ਚ ਲੜਾਈ ਹੋਈ, ਜਿਹਦੇ ਵਿੱਚ ਅੰਗਰੇਜ਼ਾਂ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ। ਲਓ ਜੀ, ਸਿੱਖ ਆਪਣੀ ਪਹਿਲੀ ਹੀ ਦੂਜੀ ਐਂਗਲੋ ਲੜਾਈ ਹੋਈ, ਦੂਜੀ ਦੇ ਵਿੱਚ ਆਪਣੀ ਪਹਿਲੀ ਲੜਾਈ ਹੀ ਸਿੱਖ ਜਿੱਤ ਗਏ। ਇੰਪੋਰਟੈਂਟ ਕੁਐਸਚਨ ਬਣਦਾ ਵਾ, ਸੋ ਤੁਸੀਂ ਇਹਨੂੰ ਯਾਦ ਕਰ ਲੈਣਾ ਵਾ, ਠੀਕ ਹੈ ਜੀ। ਦੂਜੀ ਲੜਾਈ ਹੋ ਗਈ ਜੀ। ਹੁਣ ਜੀ ਚਿਲੀਆਂਵਾਲੀਆਂ ਦੀ ਲੜਾਈ ਹੋਈ, ਇਹ ਵੀ ਮੋਸਟ ਇੰਪੋਰਟੈਂਟ ਬਣ ਗਿਆ। ਹੁਣ ਜੀ ਬੈਟਲ ਆਫ ਚਿਲੀਆਂਵਾਲਾ ਹੋਈ 13 ਜਨਵਰੀ 1849 ਈਸਵੀ ਨੂੰ। ਬਰਤਾਨਵੀ ਫੌਜਾਂ ਵੱਲੋਂ ਫਿਰ ਸਰ ਹਿਊਜ ਗਫ ਆ ਗਿਆ, ਠੀਕ ਆ। ਸੋ ਇਹਨੇ ਕੀ ਕੀਤਾ, ਅਗਵਾਈ ਹੇਠ 13 ਜਨਵਰੀ ਨੂੰ ਫਿਰ ਚਿਲੀਆਂਵਾਲਾ ਤੇ ਹਮਲਾ ਕਰਤਾ।
ਸ਼ੇਰ ਸਿੰਘ ਅਟਾਰੀ ਵਾਲੀਆ ਉਸ ਟਾਈਮ ਫਿਰ ਉਹਦੇ ਹੀ ਸੀਗੇ, ਠੀਕ ਹੈ, ਬਹੁਤ ਮਹੱਤਵਪੂਰਨ ਸ਼ਾਸਕ ਨੇ ਇਹ। ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ, ਇਹਨਾਂ ਦੇ ਨਾਂ ਤਾਂ ਤੁਸੀਂ ਬਾਕੀਆਂ ਦੇ ਅਗਰ ਤੁਸੀਂ ਭੁੱਲ ਵੀ ਜਾਓਗੇ, ਬਟ ਇਹਨਾਂ ਦੇ ਨਾਂ ਤੁਸੀਂ ਹਮੇਸ਼ਾ ਯਾਦ ਰੱਖਣੇ ਆ। ਦੀ ਸ਼ਾਨਦਾਰ ਅਗਵਾਈ ਹੇਠ ਸਿੱਖ ਫੌਜਾਂ ਨੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਦੁਸ਼ਮਣਾਂ ਦੇ ਛੱਕੇ ਛੁਡਾਤੇ। ਅੰਗਰੇਜ਼ੀ ਹਕੂਮਤ ਦੇ ਭਾਰਤ ਵਿੱਚ ਮੁੜ ਆਉਣ ਮਗਰੋਂ ਸ਼ਾਇਦ ਇਹ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਹਾਰ ਸੀ, ਠੀਕ ਹੈ ਜੀ। ਸੋ ਮੋਸਟ ਇੰਪੋਰਟੈਂਟ ਬਣ ਗਿਆ ਇਹਦੇ 'ਚ ਵੀ ਸਿੱਖ ਫੋਰਸ ਜਿੱਤ ਗਈ। ਹੁਣ ਦੇਖੋ ਜੀ, 2 ਲੜਾਈਆਂ ਇਹਦੇ ਵਿੱਚ ਜਿੱਤ ਗਈਆਂ, ਇੱਕ ਲੜਾਈ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਹੋਈ ਸੀ, ਜਿੱਤ ਗਏ ਸੀਗੇ, ਠੀਕ ਹੈ ਜੀ। ਹੁਣ ਪਹਿਲੀਆਂ 2 ਜਿੱਤੀਆਂ, ਉਸ ਤੋਂ ਬਾਅਦ ਕੀ ਹੋਇਆ ਜੀ, ਹੁਣ ਜੀ ਮਲਤਾਨ ਦੇ ਵਿੱਚ ਲੜਾਈ ਹੋਈ 22 ਜਨਵਰੀ ਨੂੰ। 22 ਜਨਵਰੀ ਨੂੰ ਬਰਤਾਨਵੀ ਫੌਜਾਂ ਵੱਲੋਂ ਇੱਕ ਨਾ ਜਰਨਲ ਵਿਸ਼ ਸੀਗਾ, ਤਾਂ ਉਹਦੇ ਹੇਠ ਆ ਗਿਆ, ਠੀਕ ਹੈ, ਕਮਾਂਡ, ਕਿਉਂਕਿ 2 ਲੜਾਈਆਂ ਉਹ ਸਰ ਹਿਊਜ ਗਫਰ ਹਾਰ ਚੁੱਕਿਆ ਸੀਗਾ ਉੱਪਰ। ਸੋ ਜਨਰਲ ਵਿਸ਼ ਆਇਆ, ਵਿਸ਼ ਨੇ ਕੀ ਕੀਤਾ ਜੀ, ਉਸ ਟਾਈਮ ਦੇ ਉੱਤੇ ਮੁਲਤਾਨ 'ਤੇ ਕਬਜ਼ਾ ਕਰਨ 'ਚ ਸਫਲ ਹੋ ਗਏ, ਠੀਕ ਆ। ਸੋ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਲੜਾਈ ਲੜੀ। ਸਿੱਖਾਂ ਦਾ ਉਸ ਟਾਈਮ ਦੇ ਉੱਤੇ ਨੇਤਾ ਕੌਣ ਸੀ, ਮੂਲ ਰਾਜ, ਉਹਨੇ ਗੋਡੇ ਟੇਕ ਤੇ ਸਰੈਂਡਰ ਕਰਤਾ, ਤਾਂ ਅੰਗਰੇਜ਼ਾਂ ਨੇ ਉਹਨੂੰ ਵੀ ਬੰਦੀ ਬਣਾ ਲਿਆ, ਠੀਕ ਆ। ਬ੍ਰਿਟਿਸ਼ਰ ਇਹਦੇ ਵਿੱਚ ਜਿੱਤ ਗਏ ਸੀ, ਠੀਕ ਆ। ਸੋ ਤੀਜੀ ਲੜਾਈ ਫਿਰ ਜਿੱਤ ਗਏ। ਚੌਥੀ ਤੇ ਆਖਰੀ ਲੜਾਈ ਮੋਸਟ ਇੰਪੋਰਟੈਂਟ ਲੜਾਈ ਆ, ਇਹਦੇ ਵਿੱਚੋਂ ਪੇਪਰ ਦੇ ਵਿੱਚ ਬਹੁਤ ਵਾਰ ਕੁਐਸਚਨ ਬਣਦਾ। ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚੋਂ ਕੁਐਸਚਨ ਕਿਉਂ ਬਣਦਾ ਵਾ। 21 ਫਰਵਰੀ 1849 ਨੂੰ ਪਹਿਲੀ ਗੱਲ ਤਾਂ ਇਹ ਲੜਾਈ ਹੋਈ, ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਾਲੇ ਲੜੀ ਆਖਰੀ ਲੜਾਈ ਸੀ, ਗੁਜਰਾਤ 'ਚ ਜਦੋਂ ਝਨਾਬ ਦਰਿਆ ਦੇ ਕੰਢੇ ਹੋਈ ਸੀ। ਹੁਣ ਜੀ ਲੜਾਈ ਦੇ ਵਿੱਚ ਦੁਬਾਰਾ ਸਰ ਹਿਊਜ ਗਫ ਆ ਗਿਆ, ਤਾਂ ਇਹਦੀ ਕਮਾਨ ਹੇਠ ਕੀ ਹੋਇਆ ਜੀ, ਸਿੱਖ ਫੌਜਾਂ ਚਤੁਰ ਸਿੰਘ ਤੇ ਸ਼ੇਰ ਸਿੰਘ ਅਟਾਰੀ ਵਾਲੀਆ। ਦੇਖੋ ਜੀ, ਚਤੁਰ ਸਿੰਘ ਅਤੇ ਸ਼ੇਰ ਸਿੰਘ ਅਟਾਰੀ ਵਾਲੀਆ ਦੀ ਕਮਾਨ ਹੇਠ ਲੜੀਆਂ ਗਈਆਂ, ਕਿਉਂਕਿ ਇਸ ਲੜਾਈ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਦੋਹਾਂ ਧਿਰਾਂ ਵੱਲੋਂ ਬੰਦੂਕਾਂ ਦੀ ਵਰਤੋਂ ਹੋਈ ਸੀ। ਸੋ ਪਹਿਲਾਂ ਤਲਵਾਰਾਂ ਦੇ ਨਾਲ ਲੜਾਈ ਹੋਈ ਸੀ, ਠੀਕ ਆ। ਸੋ ਇਹਦੇ ਵਿੱਚ ਦੋਨਾਂ ਧਿਰਾਂ ਦੇ ਵੱਲੋਂ ਹੀ ਬੰਦੂਕਾਂ ਦੀ ਵਰਤੋਂ ਹੋਈ, ਤਾਂ ਇਹ ਲੜਾਈ ਨੂੰ ਬੰਦੂਕਾਂ ਦੀ ਲੜਾਈ ਕਿਹਾ ਜਾਂਦਾ, ਬੈਟਲ ਆਫ ਗਨ। ਪੇਪਰ 'ਚ ਤੁਹਾਨੂੰ ਸਿੱਧਾ ਕੁਐਸਚਨ ਆਊਗਾ ਕਿ ਦੱਸੋ, ਸੋ ਬੈਟਲ ਆਫ ਗਨ ਕਿਹਨੂੰ ਕਿਹਾ ਜਾਂਦਾ, ਬੈਟਲ ਆਫ ਗਨਸ ਕਿਹਨੂੰ ਕਿਹਾ, ਕਿਹੜੀ ਐਂਗਲੋ ਲੜਾਈ ਨੂੰ ਕਿਹਾ ਜਾਂਦਾ, ਐਂਗਲੋ ਸਿੱਖ ਬੈਟਲ ਨੂੰ। ਸੋ ਇਹ ਗੁਜਰਾਤ ਦੀ ਲੜਾਈ ਆ। ਇਹਦਾ ਤੁਹਾਨੂੰ ਯਾਦ ਕਰਨ ਦਾ ਮੈਂ ਤਰੀਕਾ ਦੱਸਦਾ, ਮੈਂ ਅਗਰ ਤੁਸੀਂ ਕਦੇ ਵੀ ਨਹੀਂ ਭੁੱਲੋਗੇ। ਦੇਖੋ, ਜੀ ਫॉर ਗਨ, ਠੀਕ ਆ ਜੀ, ਜੀ ਫॉर ਗੁਜਰਾਤ। ਸੋ ਤੁਹਾਡੇ ਨਾਲ ਇਸ ਤਰ੍ਹਾਂ ਨਾਲ ਥੋੜਾ ਤੁਸੀਂ ਰਿਲੇਟ ਕਰਕੇ ਪੜ੍ਹ ਸਕਦੇ ਹੋ। ਸੋ ਇਦਾਂ ਦੇ ਕੁਐਸਚਨ ਤੁਹਾਨੂੰ ਇਸ ਤਰ੍ਹਾਂ ਯਾਦ ਹੋਏ। ਸੋ ਗੁਜਰਾਤ ਦੀ ਲੜਾਈ ਬੈਟਲ ਆਫ ਗਨ ਆ, ਠੀਕ ਆ ਜੀ। ਬਟ ਇਹ ਜਿਹੜੀ ਫੈਸਲਾਕੁਨ ਲੜਾਈ ਸੀ, ਜਿੱਤ ਇਹਦੇ ਵਿੱਚ ਬ੍ਰਿਟਿਸ਼ਰ ਗਏ ਸੀ। ਸੋ ਲੜਾਈ ਬਹੁਤ ਤਕੜੀ ਹੋਈ ਸੀ, ਪਰ ਇਹਦੇ ਵਿੱਚ ਬ੍ਰਿਟਿਸ਼ਰ ਜਿੱਤ ਗਏ ਸੀ। ਸੋ ਇਸ ਤੋਂ ਬਾਅਦ ਕੀ ਹੋਇਆ ਜੀ, ਆਖਰੀ ਲੜਾਈ ਸੀ। ਪੇਪਰ ਦੇ ਵਿੱਚ ਇਹ ਵੀ ਕੁਐਸਚਨ ਕਿ ਆਖਰੀ ਲੜਾਈ ਕਿਹੜੀ ਸੀ, ਗੁਜਰਾਤ। ਪਹਿਲੀ ਕਿਹੜੀ ਸੀ, ਪਹਿਲੀ ਦੱਸੋ ਜੀ ਕਿਹੜੀ ਸੀ, ਮੁਦਕੀ ਦੀ ਲੜਾਈ ਸੀ ਪਹਿਲੀ। ਹੁਣ ਜੀ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਕੀ ਹੋਇਆ ਜੀ, 5 ਵਿੱਚੋਂ ਸਿੱਖਾਂ ਨੇ 1 ਲੜਾਈ ਜਿੱਤੀ ਸੀ, ਠੀਕ ਹੈ, ਇੰਪੋਰਟੈਂਟ ਬਣ ਗਿਆ। ਦੂਜੇ ਐਂਗਲੋ ਸਿੱਖ ਯੁੱਧ 'ਚ ਸਿੱਖਾਂ ਨੇ 4 ਚੋਂ 2 ਲੜਾਈਆਂ ਜਿੱਤੀਆਂ। ਗੁਜਰਾਤ ਦੀ ਲੜਾਈ ਮਗਰੋਂ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਕੋਲ ਸੰਗਠਿਤ ਤਾਕਤ ਨਹੀਂ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਆਪਣਾ। ਸੋ ਇਸ ਕਰਕੇ ਉਸ ਟਾਈਮ ਦੇ ਉੱਤੇ ਸਿੱਖ ਸੈਨਿਕਾਂ ਦੇ ਕੋਲੇ ਜ਼ਿਆਦਾ ਉਹ ਸੰਗਠਿਤ ਤਾਕਤ ਨਹੀਂ ਬਚੀ ਸੀਗੀ। ਹੁਣ ਕੀ ਹੋਇਆ ਜੀ ਅੱਗੇ, 29 ਮਾਰਚ, ਇੰਪੋਰਟੈਂਟ ਕੁਐਸਚਨ ਬਣਦਾ ਇਹਦੇ ਵਿੱਚ, ਸਿੱਧਾ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਕਿ 29 ਮਾਰਚ 1849 ਸਭ ਤੋਂ ਪਹਿਲਾਂ ਆਊਗਾ ਲਾਰਡ ਡਲਹੌਜ਼ੀ ਨੇ ਕਿਹੜੇ ਐਲਾਨ ਦੇ ਤਹਿਤ, ਮਤਲਬ ਕਿਹੜੇ ਸਾਲ ਦੇ ਵਿੱਚ ਤੇ ਦਿਨ ਦੇ ਵਿੱਚ ਇਹਨੇ ਆਪਣੇ ਜੋ ਆਪਣਾ ਸੀਗਾ ਪੰਜਾਬ ਸੀ ਉਹਨੂੰ ਅਨੈਕਸ ਕਰ ਲਿਆ ਸੀ। 29 ਮਾਰਚ 1849 ਨਾਮ, ਠੀਕ ਹੈ ਜੀ। ਤਰੀਕ ਯਾਦ ਕਰਨੀ ਆ, ਲਾਰਡ ਡਲਹੌਜ਼ੀ ਦਾ ਨਾਂ ਯਾਦ ਕਰਨਾ। ਸੋ ਬਸ ਹੋਰ ਕੁਛ ਨਹੀਂ। ਮਹਾਰਾਜਾ ਰਣਜੀਤ ਸਿੰਘ ਲਈ ਇੱਕ ਸਾਲਾਨਾ ਪੈਨਸ਼ਨ ਲਗਾ ਦਿੱਤੀ, ਸੋ ਇਹਨੇ ਅਨੈਕਸ ਕਰ ਲਿਆ। ਹੁਣ ਕੀ ਹੋਇਆ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਇਹਨਾਂ ਨੇ ਰੈਜ਼ੀਡੈਂਟ ਬਣਾਇਆ ਹੋਇਆ ਸੀ ਨਾ ਸਰ ਹੈਨਰੀ ਲਾਰੈਂਸ, ਮੈਂ ਤੁਹਾਨੂੰ ਉੱਪਰ ਦੱਸਿਆ ਸੀ। ਸੋ ਇਹਨੂੰ ਪ੍ਰੈਜ਼ੀਡੈਂਟ, ਸੋ ਉਸ ਟਾਈਮ ਦੇ ਉੱਤੇ ਨਾ ਕੀ ਹੁੰਦੇ ਸੀ, ਪ੍ਰੈਜ਼ੀਡੈਂਟ ਬਣਾਏ ਜਾਂਦੇ ਸੀ, ਬੋਰਡ ਆਫ ਐਡਮਿਨਿਸਟ੍ਰੇਸ਼ਨ ਹੁੰਦੇ ਸੀਗੇ, ਠੀਕ ਹੈ। ਬੋਰਡਸ ਬਣਾਏ ਜਾਂਦੇ ਸੀਗੇ ਜਿਹੜੇ ਰਾਜਾਂ ਦੇ ਵਿੱਚ ਨਾ, ਬੋਰਡਸ ਬ੍ਰਿਟਿਸ਼ਰ ਆਪਦੇ ਵੱਲੋਂ ਇੱਕ ਮਤਲਬ ਬੋਰਡ ਬਣਾ ਦਿੰਦਾ ਸੀ, ਬੋਰਡ ਆਫ ਐਡਮਿਨਿਸਟ੍ਰੇਸ਼ਨ। ਤਾਂ ਉਹਦੇ ਵਿੱਚ ਕੀ ਹੋਇਆ ਜੀ, ਬੋਰਡ ਆਫ ਐਡਮਿਨਿਸਟ੍ਰੇਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ, ਸਰ ਹੈਨਰੀ ਲਾਰੈਂਸ ਨੂੰ ਬਣਾ ਗਏ, ਜਿਹਨੂੰ ਇਹਨਾਂ ਨੇ ਰੈਜ਼ੀਡੈਂਟ ਬਣਾਇਆ ਸੀ। ਸੋ ਉਹ ਤੋਂ ਬਾਅਦ ਕੀ ਕੀਤਾ ਜੀ, ਇਹਦੇ ਨਾਲ 2 ਮੈਂਬਰ ਹੋਰ ਨੇ ਇਹਨਾਂ ਨੇ ਅਪਾਇੰਟ ਕਰਤੇ, ਜੌਨ ਲਾਰੈਂਸ ਤੇ ਚਾਰਲਸ ਮੈਨਸੈਲ। ਸੋ ਉਹ ਨਾਲ ਇਹਨੂੰ ਅਸਿਸਟੈਂਟ, 3 ਮੈਂਬਰੀ ਜਾਣੀ ਇਹਨਾਂ ਨੇ ਕਹਿਤਾ ਕਿ ਤੁਸੀਂ ਹਾਂ, ਲਾਰਡ ਡਲਹੌਜ਼ੀ ਇਹਨਾਂ ਨੂੰ ਕਰਕੇ ਦੇ ਗਿਆ ਕਿ ਹਾਂ ਤੁਸੀਂ ਇਸ ਟਾਈਮ ਦੇਖ ਰੇਖ ਕਰਨੀ ਆ, ਠੀਕ ਹੈ ਜੀ, ਆਪਣੇ ਇੱਥੇ ਪੰਜਾਬ ਦੀ। ਕਿਉਂਕਿ ਇਸ ਟਾਈਮ ਦੇ ਉੱਤੇ ਮੈਂ ਤੁਹਾਨੂੰ ਦੱਸਤਾ ਕਿ 1849 ਦੇ ਵਿੱਚ ਬ੍ਰਿਟਿਸ਼ ਰਾਜ ਦੇ ਵਿੱਚ ਆਪਣਾ ਪੰਜਾਬ ਮਿਲ ਗਿਆ ਸੀ। ਸੋ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵਾਂ ਕਿ ਆਪਣੇ ਜੋ ਪੰਜਾਬ ਦੇ ਉੱਤੇ ਬ੍ਰਿਟਿਸ਼ ਰਾਜ ਇੰਨਾ ਟਾਈਮ ਕਬਜ਼ਾ ਨਹੀਂ, 1947 'ਚ ਤਾਂ ਆਪਣਾ ਜੋ ਭਾਰਤ ਸੀ ਉਹ ਆਜ਼ਾਦ ਹੀ ਹੋ ਗਿਆ ਸੀ। ਤੁਸੀਂ ਹੁਣ ਆਪ ਹਿਸਾਬ ਕਿਤਾਬ ਲਾ ਕੇ ਤਾਂ ਸਿਰਫ 98 ਸਾਲ ਰਾਜ ਕੀਤਾ। ਅਦਰਵਾਈਜ਼ ਕਿੰਨੇ ਸਾਲ, ਅਦਰਵਾਈਜ਼ ਆਪਣੇ ਦੇ ਉੱਤੇ ਲਗਭਗ 200 ਸਾਲ, ਪੂਰੇ ਇੰਡੀਆ ਦੇ ਉੱਤੇ 200 ਸਾਲ ਰਾਜ ਕੀਤਾ ਹੋਇਆ। ਸੋ ਤੁਸੀਂ ਦੇਖ ਸਕਦੇ ਹੋ ਕਿ ਬ੍ਰਿਟਿਸ਼ਰ ਆਪਣੇ ਪੰਜਾਬ ਦੇ ਉੱਤੇ ਇੰਨਾ ਕਬਜ਼ਾ ਨਹੀਂ ਕਰ ਪਾਏ ਸੀਗੇ ਇੰਨੀ ਜਲਦੀ। ਸੋ ਉਸ ਤੋਂ ਬਾਅਦ ਵੀ ਆਪਾਂ ਦੇਖਿਆ ਸੀ ਕਿ ਬਹੁਤ ਹੀ ਵੱਡੀਆਂ ਲਹਿਰਾਂ ਉੱਠੀਆਂ, ਜਿੱਦਾਂ ਕਿ ਆਪਾਂ ਦੇਖਾਂਗੇ ਕੌਮੀ ਯੋਧੇ ਜਿਹੜੇ ਹੋਏ ਸੀਗੇ ਆਪਣੇ, ਸ਼ਹੀਦ ਭਗਤ ਸਿੰਘ ਹੋ ਗਏ, ਸ਼ਹੀਦ ਊਧਮ ਸਿੰਘ ਹੋ ਗਏ, ਕਰਤਾਰ ਸਿੰਘ ਸਰਾਭਾ ਹੋ ਗਏ, ਇਹ ਸਾਰੇ ਜਿਹੜੇ ਸੀਗੇ ਉਹ ਵੀ ਪੰਜਾਬ ਤੋਂ ਬਿਲੋਂਗ ਕਰਦੇ ਸੀ। ਸੋ ਪੰਜਾਬੀਅਤ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਜਿਹੜੇ ਆਪਣੇ ਭਾਰਤ ਦੀ ਜੋ ਆਜ਼ਾਦੀ ਦੇ ਵਿੱਚ ਆਪਣੇ ਪੰਜਾਬੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ, ਠੀਕ ਹੈ ਜੀ। ਸੋ ਇਸੇ ਕਰਕੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਸਨਮਾਨ ਦੇ ਨਾਲ ਹਰੇਕ ਪਾਸੇ ਆਪਾਂ ਨੂੰ ਬੁਲਾਇਆ ਜਾਂਦਾ ਵਾ। ਹੁਣ ਅੱਗੇ ਕੀ ਹੋ ਰਿਹਾ ਜੀ,
1853 ਈਸਵੀ ਦੇ ਵਿੱਚ ਕੀ ਹੋਇਆ ਜੀ? 1853 ਚ ਕੀ ਹੋਇਆ ਸਰ? ਜੌਨ ਲਾਰੈਂਸ ਪੰਜਾਬ। ਹੁਣ ਦੇਖੋ ਜੀ, ਆ ਜੌਨ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਉਸ ਟਾਈਮ ਦੇ ਉੱਤੇ ਰੈਜ਼ੀਡੈਂਟ ਸੀ ਜਾਂ ਪ੍ਰੈਜ਼ੀਡੈਂਟ ਸੀਗਾ, ਉਹ ਹੈਨਰੀ ਲਾਰੈਂਸ ਸੀ। ਇਹਦੇ ਨਾਲ ਜੌਨ, ਇਹ ਉਹੀ ਜੌਨ ਲਾਰੈਂਸ ਆ ਜਿਹੜਾ ਇਹਦੇ ਨਾਲ ਸੀ ਉਸ ਟਾਈਮ, ਅਸਿਸਟ ਕਰ ਰਿਹਾ ਸੀ ਇਹਨੂੰ। ਸਰ 1853 ਦੇ ਵਿੱਚ ਪੰਜਾਬ ਦਾ ਚੀਫ ਕਮਿਸ਼ਨਰ ਬਣਾਤਾ ਇਹਨੂੰ ਸਰ ਜੌਨ ਲਾਰੈਂਸ ਨੂੰ। ਜੌਨ ਯਾਦ ਕਰਨਾ, ਠੀਕ ਆ, 1853 ਚ। ਸੋ ਉਸ ਤੋਂ ਬਾਅਦ 1859 ਦੇ ਵਿੱਚ ਕੀ ਕੀਤਾ ਜੀ ਇਹਨਾਂ ਨੇ? ਸਰ ਜੌਨ ਲਾਰੈਂਸ ਨੂੰ ਪੰਜਾਬ ਦਾ ਲੈਫਟੀਨੈਂਟ ਗਵਰਨਰ ਨਾਮ ਦੀ ਇਹਨਾਂ ਨੇ ਪੋਸਟ ਕ੍ਰੀਏਟ ਕਰਤੀ, ਤੇ ਪੰਜਾਬ ਦਾ ਲੈਫਟੀਨੈਂਟ, ਯਾਨੀ ਜਿੱਦਾਂ ਜਿੱਦਾਂ ਉਹਨਾਂ ਦੀਆਂ ਪੋਸਟਾਂ ਕ੍ਰੀਏਟ ਕਰਦੇ ਰਹਿੰਦੇ ਹੁੰਦੇ ਸੀ ਆਪਦੇ, ਉਹਦੇ ਵਿੱਚ ਬਦਲਾਅ ਕਰਦੇ ਰਹਿੰਦੇ ਸੀ, ਤਾਂ ਇਹ ਕਰਦੇ ਰਹਿੰਦੇ ਸੀ। ਹੁਣ ਜਿੱਦਾਂ ਪਹਿਲਾਂ ਇਹਨਾਂ ਨੇ ਪੰਜਾਬ ਦਾ ਉਸ ਟਾਈਮ ਦੇ ਉੱਤੇ ਜਿਹੜਾ ਹੈੱਡ ਹੁੰਦਾ ਸੀ ਉਹ ਕੌਣ ਹੁੰਦਾ? ਉਹਨੂੰ ਚੀਫ ਕਮਿਸ਼ਨਰ ਕਹਿੰਦੇ ਹੁੰਦੇ ਸੀ। ਤਾਂ ਜੌਨ ਲਾਰੈਂਸ ਸੀ ਚੀਫ ਕਮਿਸ਼ਨਰ ਸੀ, ਜੌਨ ਲਾਰੈਂਸ ਸੀ ਲੈਫਟੀਨੈਂਟ ਗਵਰਨਰ ਸੀ। ਕਨਫਿਊਜ਼ ਨਹੀਂ ਹੋਣਾ, ਇਹਨਾਂ ਦੋਨਾਂ ਦੇ ਵਿੱਚ ਤੁਹਾਡਾ ਬਿਲਕੁਲ ਸੇਮ ਨੇਮ ਆ, ਠੀਕ ਆ ਜੀ। ਸੋ ਦੋਨੇ ਹੀ ਇਹ ਜਿਹੜਾ ਚੀਫ ਕਮਿਸ਼ਨਰ ਤੇ ਲੈਫਟੀਨੈਂਟ ਗਵਰਨਰ ਕੌਣ ਸੀਗਾ? ਜੌਨ ਲਾਰੈਂਸ। ਸੋ ਜਿਹੜਾ ਹੈਨਰੀ ਲਾਰੈਂਸ ਸੀਗਾ ਉਹ ਬ੍ਰਿਟਿਸ਼ ਵੱਲੋਂ ਰੈਜ਼ੀਡੈਂਟ ਸੀਗਾ, ਜਾਂ ਜਿਹੜਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਸੀਗਾ ਉਹਦਾ ਪ੍ਰੈਜ਼ੀਡੈਂਟ ਸੀਗਾ, ਠੀਕ ਆ। ਇਹ 'ਚ ਕਨਫਿਊਜ਼ ਨਹੀਂ ਹੋਣਾ, ਪੇਪਰ ਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਲਈ ਦੋਨਾਂ ਦਾ ਨਾਮ ਦੇਣਗੇ ਉਹ। ਹੁਣ ਜੀ MCQ ਕਰਨ ਲੱਗੇ ਆ, ਆਪਣਾ ਸਾਰਾ ਹੋ ਗਿਆ ਹੋਇਆ ਵਾ, ਠੀਕ ਆ। ਹੁਣ ਆਪਾਂ ਪੂਰਾ ਨਿਬੇੜ ਚੁੱਕੇ ਆ ਇਸ ਟਾਈਮ ਦੇ ਉੱਤੇ 1848-49 ਤੇ 1845-46 ਪੇਪਰ ਦੇ ਵਿੱਚੋਂ। ਇਹਦੇ ਵਿੱਚੋਂ ਇੱਕ ਕੁਐਸਚਨ ਬਣਦਾ। ਸੋ ਆ ਪੰਜਾਬ ਦੇ ਹੀ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚੋਂ PSSB PPSC ਦੇ ਪੇਪਰਾਂ ਦੇ ਵਿੱਚੋਂ ਮੈਂ ਕੁਐਸਚਨ ਲੈ ਕੇ ਆਇਆ ਹਾਂ। 8-10 ਕੁਐਸਚਨ ਆਪਾਂ ਕਰ ਲਾਂਗੇ। ਉਸ ਤੋਂ ਬਾਅਦ ਆਪਾਂ 400-500 ਕੁਐਸਚਨ ਪੰਜਾਬ GK ਦਾ ਜਦੋਂ ਆਪਣਾ ਸਿਲੇਬਸ ਨਿਬੜ ਜਾਏਗਾ, 20 ਕਲਾਸਾਂ ਹੋਣਗੀਆਂ ਇਹਦੀਆਂ ਆਪਣੀਆਂ। ਸੋ ਉਸ ਤੋਂ ਬਾਅਦ ਆਪਾਂ 500 ਕੁਐਸਚਨ ਕਰਾਂਗੇ, ਕੋਈ ਇਸ਼ੂ ਵਾਲੀ ਗੱਲ ਨਹੀਂ। ਤੁਹਾਡਾ ਸਾਰਾ ਸਿਲੇਬਸ A to Z ਕਵਰ ਹੋਏਗਾ, ਠੀਕ ਹੈ ਜੀ। ਪਰ ਪਹਿਲਾਂ ਆਪਾਂ ਥਿਊਰੀ ਪੜ੍ਹਨੀ ਜ਼ਰੂਰੀ ਹੈ, ਕਿਉਂਕਿ ਥਿਊਰੀ ਬਿਨਾਂ ਤੁਹਾਡਾ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਇਹਦੇ ਵਿੱਚ ਆਪਾਂ ਫੈਕਟ ਤਾਂ ਕਰਨੇ ਨਹੀਂ ਇਕੱਲੇ, ਕਿਉਂਕਿ ਅੱਜ ਕੱਲ੍ਹ ਥੋੜ੍ਹੇ ਜਿਹੇ ਕਨਸੈਪਚੁਅਲ ਕੁਐਸਚਨ ਵੀ ਆ ਰਿਹਾ। PPSC ਦਾ ਖਾਸ ਕਰ ਪੂਰੇ ਹੀ ਕਨਸੈਪਚੁਅਲ ਕੁਐਸਚਨ ਪੁੱਛਣ ਲੱਗ ਗਿਆ। ਆਪਾਂ ਨਾਇਬ ਤਹਿਸੀਲਦਾਰ ਦਾ ਪੇਪਰ ਦੇਖਿਆ ਸੀ। ਸੋ ਬਿਨਾਂ ਥਿਊਰੀ ਕੀਤੇ ਤੁਸੀਂ ਕਰ ਹੀ ਨਹੀਂ ਸਕਦੇ ਇਹਨੂੰ ਇਕੱਲੇ MCQ ਕਰਕੇ, ਠੀਕ ਹੈ ਜੀ। ਸੋ ਕੋਸ਼ਿਸ਼ ਕਰੋ ਕਿ ਹੁਣ ਜਿੱਦਾਂ PPSC ਨੇ ਵੀ, ਅਗਰ ਆਪਾਂ ਦੇਖੀਏ ਇਸ ਤੋਂ ਪਹਿਲਾਂ PPSC ਵੀ ਵਨ ਲਾਈਨਰ ਕੁਐਸਚਨ ਹੀ ਜ਼ਿਆਦਾ ਪਾਉਂਦੀ ਹੁੰਦੀ ਸੀ, 1-2 ਕੁਐਸਚਨ ਪਾ ਦਿੰਦੀ ਹੁੰਦੀ ਸੀ ਗਰੁੱਪ B ਦੇ ਐਗਜ਼ਾਮ ਲਈ ਵੀ। ਪਰ ਹੁਣ ਦੇਖੋ ਉਹਨਾਂ ਨੇ 4 ਇੱਕ ਕੁਐਸਚਨ ਦੇ ਵਿੱਚ ਕੀ ਕਰ ਰਹੇ ਨੇ। ਹੁਣ ਇੱਥੇ ਤਾਂ ਦੇਖੋ, ਹੁਣ ਕੁਐਸਚਨ ਦੇਖੋ, ਹੁਣ ਦਾ ਰੂਲਰ ਹੂ ਫਾਊਂਡ ਦਾ ਸਿੱਖ ਕਿੰਗਡਮ ਬਾਈ ਯੂਨਾਈਟਿੰਗ ਦਾ ਵੇਰੀਅਸ ਸਿੱਖ ਮਿਸਲਸ। ਹੁਣ ਸਿੱਖ ਮਿਸਲਾਂ ਨੂੰ ਕਿਹੜਾ ਰੂਲਰ ਸੀਗਾ ਜਿਹਨੇ ਇਕੱਠਾ ਕੀਤਾ ਸੀਗਾ, ਠੀਕ ਆ। ਸੋ ਇਹਦੇ ਵਿੱਚ ਤਾਂ ਆਪਾਂ ਸਿੰਪਲ ਇੱਕ ਰੂਲਰ ਇੱਕ ਟਿਕ ਕਰ ਦਾਂਗੇ, ਇੱਕ ਕੁਐਸਚਨ ਬਣਿਆ ਆਪਣਾ। ਹੁਣ PPSC ਕੀ ਪੁੱਛ ਰਿਹਾ? PPSC ਇੱਕ ਕੁਐਸਚਨ ਦੇ ਵਿੱਚ 4 ਕੁਐਸਚਨ ਪੁੱਛ ਰਿਹਾ। ਕੁਐਸਚਨ ਦੇ ਵਿੱਚ ਆਪਸ਼ਨ ਇਸ ਹਿਸਾਬ ਨਾਲ ਕੀਤੀਆਂ ਹੋਈਆਂ ਕਿ ਜੇ ਤੁਹਾਡੇ ਉਹ 4 ਕੁਐਸਚਨ ਦੇ ਵਿੱਚੋਂ 3 ਕੁਐਸਚਨ ਤੁਹਾਨੂੰ ਆਉਂਦੇ ਨੇ ਤਾਂ ਹੀ ਤੁਸੀਂ ਉਹ ਸਹੀ ਕਰੋਗੇ, ਠੀਕ ਆ। ਸੋ ਇਸ ਤਰ੍ਹਾਂ ਦੇ ਨਾਲ ਇੱਕ ਦੇ ਵਿੱਚ ਤੁਹਾਨੂੰ 4 ਕੁਐਸਚਨ ਪੁੱਛ ਰਿਹਾ। ਤੁਸੀਂ ਖੁਦ ਹਿਸਾਬ ਲਾਓ ਕਿ ਅਗਰ ਤੁਹਾਡੀ ਥਿਊਰੀ ਨਹੀਂ ਕੀਤੀ ਹੋਈ ਤੁਸੀਂ ਕਿੱਦਾਂ ਕਰ ਲਓਗੇ ਉਹਨੂੰ ਅਟੈਂਪਟ। ਇਹਨੂੰ ਤਾਂ ਤੁਸੀਂ, ਚਲੋ ਮੈਂ ਮੰਨਦਾ ਕਿ ਜਿਹੜੇ ਬਿਲਕੁਲ ਵਨ ਲਾਈਨਰ ਹੈ ਇਹਨੂੰ ਤਾਂ ਤੁਸੀਂ ਕਰ ਲਓਗੇ, ਪਰ ਜੇ ਤੁਸੀਂ ਵਧੀਆ ਲੈਵਲ ਦੀ ਤਿਆਰੀ ਕਰੋਗੇ ਤੁਸੀਂ ਹਮੇਸ਼ਾ ਕਲਰਕ ਲੈਵਲ ਲਈ ਹੀ ਤਿਆਰੀ ਨਹੀਂ ਨਾ ਕਰੋਗੇ। ਸੋ ਅੱਗੇ ਵੀ ਤੁਸੀਂ ਮੂਵ ਕਰੋਗੇ, ਹੌਲੀ ਹੌਲੀ ਤੁਸੀਂ ਆਫਿਸਰ ਰੈਂਕ ਤੇ ਵੀ ਜਾਓਗੇ। ਸੋ ਉਹਦੇ ਲਈ ਜ਼ਰੂਰੀ ਆ, ਮੈਂ ਵਾਰ-ਵਾਰ ਕਹਿ ਰਿਹਾ ਕਿ ਥੋੜੀ ਜਿਹੀ ਨਾਲ ਤੁਸੀਂ ਥਿਊਰੀ ਕਰੋ। ਆਪਾਂ ਕੋਈ ਇਦਾਂ ਨਹੀਂ ਕਰ ਰਹੇ, ਕੋਈ ਜ਼ਿਆਦਾ ਵੱਡੀ ਕਲਾਸ ਵੀ ਨਹੀਂ ਬਣਾ ਰਹੇ। ਸੋ ਆਪਣਾ ਮਾਡਰਨ ਹਿਸਟਰੀ ਦੀਆਂ ਵੀ ਕਲਾਸਾਂ ਚੱਲਦੀਆਂ ਨੇ। ਸੋ 20-20 25-25 30-30 ਮਿੰਟ ਦੀ ਕਲਾਸ ਬਣਾਈ ਹੋਈ ਆ। ਪੋਲਿਟੀ ਦੀ ਵੀ 30-30 35-35 ਮਿੰਟ ਦੀ ਕਲਾਸ ਬਣਾਈ ਹੋਈ ਆ। ਕੋਈ ਵੱਡੀ ਕਲਾਸ ਨਹੀਂ ਹੈਗੀ, ਤੁਸੀਂ ਜਾ ਕੇ ਜ਼ਰੂਰ ਦੇਖੋ ਉਹਨੂੰ, ਠੀਕ ਹੈ ਜੀ। ਹਾਂਜੀ, ਵੱਖ-ਵੱਖ ਮਿਸਲਾਂ ਨੂੰ ਇਕੱਠਾ ਕਰਕੇ ਇਹਨਾਂ ਦੇ ਸ਼ਾਸਕ ਕੌਣ ਸੀ? ਸੋਚੋ ਜੀ ਤੁਸੀਂ, ਰਣਜੀਤ ਸਿੰਘ, ਖੜਗ ਸਿੰਘ, ਭੁਪਿੰਦਰ ਸਿੰਘ ਜਾਂ ਦਲੀਪ ਸਿੰਘ। ਇਹ ਆਪਾਂ ਪਿਛਲੀ ਕਲਾਸ 'ਚ ਕੀਤਾ ਹੋਇਆ, ਉਹਦਾ ਇੱਕ MCQ ਐਡ ਕੀਤਾ ਹੋਇਆ ਮੇਰਾ। ਸੋ ਤੁਸੀਂ ਸੋਚ ਲਿਆ ਹੋਊਗਾ ਮਹਾਰਾਜਾ ਰਣਜੀਤ ਸਿੰਘ ਸੀਗੇ ਜਿਨ੍ਹਾਂ ਨੇ ਕਿ ਸਿੱਖ ਦੀਆਂ ਜਿਹੜੀਆਂ ਵੱਖ-ਵੱਖ ਜਿਹੜੀਆਂ 12 ਮਿਸਲਾਂ ਨੂੰ ਇਕੱਠਾ ਕਰਕੇ ਇੱਕ ਬਹੁਤ ਵੱਡੇ ਪੰਜਾਬ ਰਾਜ ਦੀ, ਸਿੱਖ ਰਾਜ ਦੀ ਸਥਾਪਨਾ ਕੀਤੀ ਸੀ। ਹਾਂਜੀ, ਲਾਹੌਰ ਦੀ ਸੰਧੀ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ ਇਹ ਕੁਐਸਚਨ। ਮੈਂ ਤੁਹਾਨੂੰ ਪਹਿਲਾਂ ਵੀ ਜਦੋਂ ਕਰਵਾ ਰਿਹਾ ਸੀ ਉਦੋਂ ਮੈਂ ਤੁਹਾਨੂੰ ਕਿਹਾ ਸੀ ਲਾਹੌਰ ਦੀ ਸੰਧੀ ਦੱਸੋ ਜੀ ਕਿਹਦੇ ਵਿਚਕਾਰ ਹੋਈ? ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ਰਾਂ ਦੇ ਵਿਚਕਾਰ ਹੋਈ, ਮੂਲ ਰਾਜ ਤੇ ਬ੍ਰਿਟਿਸ਼ ਦੇ ਨਾਲ ਹੋਈ ਸੀ, ਜਾਂ ਦਲੀਪ ਸਿੰਘ ਜਾਂ ਤੇ ਬ੍ਰਿਟਿਸ਼ਰ ਦਾ ਨਾਲ, ਜਾਂ ਰਾਜਾ ਲਾਲ ਸਿੰਘ ਜਾਂ ਬ੍ਰਿਟਿਸ਼ਰ ਨਾਲ? ਦੱਸੋ ਜੀ। ਸੋ ਤੁਸੀਂ ਸੋਚ ਲਿਆ ਹੋਵੇਗਾ ਦਲੀਪ ਸਿੰਘ ਐਂਡ ਦਾ ਬ੍ਰਿਟਿਸ਼ਰ ਦੇ ਨਾਲ ਹੋਈ ਸੀ 9 ਮਾਰਚ 1846। ਡੇਟ ਯਾਦ ਕਰ ਦਿਓ, ਇਹਦੇ 'ਚ ਹੋਈ ਸੀ। ਰਣਜੀਤ ਸਿੰਘ ਤੇ ਬ੍ਰਿਟਿਸ਼ਰ ਦੇ ਵਿਚਕਾਰ, ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ਰ ਦੇ ਵਿਚਕਾਰ ਕਦੋਂ ਹੋਈ ਸੀਗੀ? ਇਹ ਹੋਈ ਸੀ 1809 ਦੇ ਵਿੱਚ, ਠੀਕ ਹੈ ਜੀ। ਸੋ ਕਨਫਿਊਜ਼ ਨਹੀਂ ਹੋਣਾ। ਅੰਮ੍ਰਿਤਸਰ ਦੀ ਟ੍ਰੀਟੀ ਸੀਗੀ ਉਹ, ਬਟ ਲਾਹੌਰ ਦੀ ਨਹੀਂ ਸੀ। ਇੱਥੇ ਆਪਾਂ ਨੂੰ ਲਾਹੌਰ ਦੀ ਪੁੱਛੀ। ਨੈਕਸਟ ਆ ਗਿਆ ਜੀ, ਪਹਿਲਾ ਐਂਗਲੋ ਯੁੱਧ ਦੀ ਪਹਿਲੀ ਲੜਾਈ ਦੱਸੋ ਜੀ ਕਿੱਥੇ ਹੋਈ ਸੀ? ਮੁਦਕੀ 'ਚ ਹੋਈ ਸੀ, ਗੁਜਰਾਤ 'ਚ ਹੋਈ ਸੀ, ਲਾਹੌਰ 'ਚ ਹੋਈ ਸੀ, ਜਾਂ ਰਾਮਨਗਰ 'ਚ ਹੋਈ ਸੀ? PSSB ਦੇ ਵਿੱਚ ਸ਼ਾਇਦ ਇਹ ਕੁਐਸਚਨ ਪੁੱਛਿਆ ਗਿਆ ਵਾ। ਹੁਣੇ 2021 ਦੇ ਸ਼ਾਇਦ ਕਲਰਕ ਐਗਜ਼ਾਮ ਦੇ ਵਿੱਚ 2 ਕੁਐਸਚਨ ਆਏ ਹੋਏ ਨੇ ਇਹਦੇ ਉੱਤੇ। ਦੱਸੋ ਜੀ, ਸੋਚ ਲਿਆ ਹੋਏਗਾ ਜੀ ਤੁਸੀਂ। ਪਹਿਲੀ ਲੜਾਈ ਜਿਹੜੀ ਹੋਈ ਸੀ ਉਹ ਕਦੋਂ ਹੋਈ ਸੀਗੀ? ਮੁਦਕੀ ਦੇ ਵਿੱਚ ਪਹਿਲੀ ਲੜਾਈ ਹੋਈ ਸੀ। ਕਦੋਂ ਹੋਈ ਸੀ ਇਹ? ਸੋ ਇਹਦਾ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਥੋੜ੍ਹਾ ਬਹੁਤ ਰਿਲੇਟ ਕਰਕੇ ਪੜ੍ਹ ਲਓ। 18 ਦਸੰਬਰ ਸ਼ਾਇਦ, ਹਾਂਜੀ 1845 ਨੂੰ ਹੋਈ ਸੀ ਇਹ ਲੜਾਈ। ਇੱਕ ਲੜਾਈ ਜਿਹੜੀ ਆਖਰੀ ਲੜਾਈ ਸੀ, ਜਿਹੜਾ ਦੂਜਾ ਵਿਸ਼ਵ ਆਪਣਾ ਐਂਗਲੋ ਸਿੱਖ ਵਾਰ ਹੋਈ ਸੀ ਨਾ, ਐਂਗਲੋ ਸਿੱਖ ਯੁੱਧ ਹੋਇਆ ਸੀ, ਉਹਦੀ ਆਖਰੀ ਲੜਾਈ ਸੀ। ਗੁਜਰਾਤ ਦੇ ਵਿੱਚ ਲੜੀ ਗਈ ਸੀ, ਜਿਹਨੂੰ ਆਪਾਂ ਬੈਟਲ ਆਫ ਗਨ ਕਹਿੰਦੇ ਆ।
21/2/1849 ਨੂੰ ਇਹ ਲੜਾਈ ਲੜੀ ਗਈ ਸੀ। ਲਾਹੌਰ ਦੀ ਲੜਾਈ ਨਹੀਂ ਹੋਈ ਸੀ, ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਰਾਮਨਗਰ ਆਪਾਂ ਕੀਤਾ ਹੋਇਆ ਕਿ ਰਾਮਨਗਰ ਦੀ ਜਿਹੜੀ ਲੜਾਈ ਸੀ ਇਹ ਪਹਿਲੀ ਲੜਾਈ ਸੀ ਦੂਜੇ ਐਂਗਲੋ ਸਿੱਖ ਯੁੱਧ ਦੀ। ਇਹ ਕਦੋਂ ਹੋਈ ਸੀ ਜੀ? ਇਹ ਹੋਈ ਸੀ ਜੀ 22 ਸਤੰਬਰ 1848 ਨੂੰ। ਸੋ ਇਹਦੇ ਵਿੱਚ ਤੁਸੀਂ ਜ਼ਿਆਦਾਤਰ ਪਹਿਲਾਂ ਕੋਸ਼ਿਸ਼ ਕਰੋ ਕਿ ਤੁਸੀਂ ਨਾਮ ਯਾਦ ਕਰੋ, ਫਿਰ ਹੌਲੀ ਹੌਲੀ ਜਦੋਂ ਤੁਸੀਂ ਦੂਜੀ ਤੀਜੀ ਰੀਡਿੰਗ ਲਓਗੇ ਤਾਂ ਤੁਹਾਨੂੰ ਇਹ ਵੀ ਯਾਦ ਹੋ ਜਾਏਗਾ, ਕੋਈ ਵੱਡੀ ਗੱਲ ਨਹੀਂ। ਠੀਕ ਹੈ ਜੀ। ਨੈਕਸਟ ਆ ਗਿਆ ਮੁਦਕੀ ਦੀ ਲੜਾਈ 18/12/1945। ਠੀਕ ਹੈ ਜੀ। ਪਹਿਲੇ ਐਂਗਲੋ ਯੁੱਧ ਦੀ ਗੱਲ ਕਰਦਾ ਹੁਣ ਜੀ। ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਕਿਸ ਲੜਾਈ ਵਿੱਚ ਸਿੱਖ ਜਿੱਤੇ ਸੀ? ਦੱਸੋ ਜੀ। ਕਿਹਦੀ ਲੜਾਈ 'ਚ? ਪਹਿਲੇ 'ਚ ਇੱਕੋ ਇੱਕ ਲੜਾਈ ਹੋਈ, 5 ਲੜਾਈਆਂ ਹੋਈਆਂ ਸੀ ਟੋਟਲ ਪਹਿਲੇ ਦੇ ਵਿੱਚ। ਸੋ ਕਿਹੜੀ ਲੜਾਈ ਦੇ ਵਿੱਚ ਜਿੱਤੇ ਸੀ ਆਪਣੇ ਸਿੱਖ? ਦੱਸੋ ਜੀ। ਸੋ ਤੁਸੀਂ ਸੋਚ ਲਿਆ ਹੋਵੇਗਾ ਜੀ ਕਿ ਬੱਦੋਵਾਲ ਦੀ ਲੜਾਈ ਹੋਈ ਸੀਗੀ ਜਿਹਦੇ ਵਿੱਚ ਕਿ ਆਪਣੇ ਸਿੱਖ ਜਿੱਤ ਗਏ ਸੀ। ਇਹਨਾਂ ਵੱਲੋਂ ਤੁਸੀਂ ਹੁਣ ਮੈਨੂੰ ਦੱਸਣਾ ਵਾ ਕਿ ਲੀਡ ਕੌਣ ਕਰ ਰਿਹਾ ਸੀ। ਆਪਣਾ ਕਰੋਗੇ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ, ਠੀਕ ਹੈ ਇਹ ਤੁਸੀਂ। ਸੋ ਇਹ ਵੀ ਹੋ ਗਿਆ ਹੋਇਆ ਆਪਣਾ, ਠੀਕ ਹੈ, ਬੱਦੋਵਾਲ ਦੀ ਲੜਾਈ। ਸੋ ਹੁਣ ਤਾਂ ਤੁਸੀਂ ਇਹ ਤੇ ਦਿੱਤਾ ਹੀ ਹੋਇਆ ਵਾ। ਸੋ ਰਣਜੋਤ ਸਿੰਘ ਮਜੀਠੀਆ ਨੇ ਕੀਤਾ ਸੀ ਲੀਡ, ਠੀਕ ਹੈ ਜੀ। ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਬ੍ਰਿਟਿਸ਼ ਭਾਰਤ ਦਾ ਗਵਰਨਰ ਜਨਰਲ ਦੱਸੋ ਜੀ ਕੌਣ ਸੀਗਾ? ਪਹਿਲੇ 'ਚ ਪੁੱਛਿਆ ਉਹਨਾਂ ਨੇ। ਲਾਰਡ ਮਿੰਟੂ। ਸੋ ਆ 2 ਵਾਰੀ ਐਡ ਹੋ ਗਿਆ। ਲਾਰਡ ਹਾਰਡਿੰਗ ਜਾਂ ਲਾਰਡ ਡਲਹੌਜ਼ੀ। ਸੋ 3 ਹੀ ਆਪਸ਼ਨਾਂ ਰਹਿ ਗਈਆਂ ਤੁਹਾਡੇ ਕੋਲ। ਦੇਖੋ ਜੀ ਕੌਣ ਸੀਗਾ ਇਹਨਾਂ ਦਾ। ਠੀਕ ਹੈ, ਲਾਰਡ ਹਾਰਡਿੰਗ ਸੀਗਾ ਜਿਹੜਾ ਕਿ ਉਸ ਟਾਈਮ ਦੇ ਉੱਤੇ ਬ੍ਰਿਟਿਸ਼ ਗਵਰਨਰ ਜਨਰਲ ਸੀਗਾ। 1845-46 ਦੀ ਗੱਲ ਹੋ ਰਹੀ ਆ। 4849 ਸੀਗੀ ਉਹਦੇ ਵਿੱਚ ਉਸ ਟਾਈਮ ਦੇ ਉੱਤੇ ਲਾਰਡ ਡਲਹੌਜ਼ੀ ਬਣ ਗਿਆ ਸੀ। ਠੀਕ ਹੈ, ਇਹ ਦੂਜੇ ਵਿਸ਼ਵ ਯੁੱਧ ਦੇ ਟਾਈਮ 'ਤੇ ਸੀ। ਕਈ ਵਾਰ ਦੂਜੇ 'ਚ ਪੁੱਛ ਲੈਂਦੇ, ਕਈ ਵਾਰ ਪਹਿਲੇ 'ਚ ਪੁੱਛਣਾ। ਦੱਸੋ ਜੀ ਦੂਜੇ ਐਂਗਲੋ ਸਿੱਖ ਯੁੱਧ ਨਾਲ ਸੰਬੰਧਿਤ ਇਹਨਾਂ 'ਚੋਂ ਕਿਹੜੀ ਲੜਾਈ ਆ? ਇੰਪੋਰਟੈਂਟ ਕੁਐਸਚਨ ਬਣਦਾ ਵਾ। ਮੁਦਕੀ ਦੀ ਲੜਾਈ ਆ, ਬੱਦੋਵਾਲ ਦੀ ਲੜਾਈ ਆ, ਆਲੀਵਾਲ ਦੀ ਲੜਾਈ ਆ। ਇਹ ਕੁਐਸਚਨ PSSB ਦੇ ਹੀ ਕਲਰਕ ਐਗਜ਼ਾਮ 'ਚ ਪੁੱਛ ਚੁੱਕੀ ਆ, PSSB 2021 'ਚ। ਦੱਸੋ ਜੀ, ਬਹੁਤ ਇੰਪੋਰਟੈਂਟ ਲੜਾਈ ਹੈ। ਇੱਕ ਲੜਾਈ ਪੁੱਛ ਲਈ, ਮਤਲਬ ਆ ਤਿੰਨਾਂ ਦੇ ਵਿੱਚੋਂ ਦੇਖੋ ਤੁਹਾਡਾ ਕੁਐਸਚਨ ਕਿਸ ਤਰ੍ਹਾਂ ਨਾਲ ਕਵਰ ਹੋਏਗਾ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਲੜਾਈ ਹੈਗੀ ਹੈ ਜਿਹੜੀ ਦੂਜੇ ਐਂਗਲੋ ਸਿੱਖ ਵਾਰ ਦੇ ਨਾਲ। ਬਾਕੀ 3 ਲੜਾਈਆਂ ਤੁਹਾਡੀਆਂ ਦੇਖੋ ਜੀ ਕਿਹਦੇ ਨਾਲ ਤਾਲੁਕ ਆ? ਪਹਿਲੇ ਦੇ ਨਾਲ ਆ, ਪਹਿਲੇ ਐਂਗਲੋ ਸਿੱਖ ਵਾਰ ਨਾਲ। ਮੁਦਕੀ, ਬੱਦੋਵਾਲ ਤੇ ਆਲੀਵਾਲ ਦੀ ਜਿਹੜੀ ਲੜਾਈ ਆ ਇਹ ਆਪਣੀ ਫਸਟ ਦੇ ਨਾਲ ਤਾਲੁਕਾਬੰਦ। ਜਿਹੜੀ ਚੀਲੀਆਂਵਾਲਾ ਦੀ ਲੜਾਈ ਆ ਨਾ ਇਹ ਦੂਜੇ ਆਪਣੇ ਐਂਗਲੋ ਸਿੱਖ ਵਾਰ ਦੇ ਨਾਲ ਸੀਗੀ, ਤਾਲੁਕਾਤ ਰੱਖਦੀ ਸੀ। 13 ਜਨਵਰੀ, ਇਹਦੀ ਡੇਟ ਯਾਦ ਕਰ ਲਓ, 13 ਜਨਵਰੀ 1849 ਈਸਵੀ ਨੂੰ ਇਹ ਲੜਾਈ ਹੋਈ ਸੀ। ਠੀਕ ਆ, ਬ੍ਰਿਟਿਸ਼ ਤੇ ਆਪਣੇ ਇਹਦੇ ਵਿਚਕਾਰ ਹੋਈ ਸੀ। ਸ਼ੇਰ ਸਿੰਘ ਅਟਾਰੀ ਵਾਲੀਆ ਨੇ ਲੀਡ ਕੀਤਾ ਸੀ, ਆਪਣੇ ਸਿੱਖ ਇਹਦੇ ਵਿੱਚ ਜਿੱਤੇ ਸੀ। ਠੀਕ ਆ, ਸੋ ਯਾਦ ਰੱਖਣਾ ਤੁਸੀਂ। ਨੈਕਸਟ ਕਰਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਨੇ ਕਿਹੜੀਆਂ ਲੜਾਈਆਂ ਜਿੱਤੀਆਂ ਸੀ? ਠੀਕ ਆ, 2 ਲੜਾਈਆਂ ਸੋ ਦੱਸਣਾ ਜੀ ਤੁਸੀਂ। ਚਿਲੀਆਂਵਾਲਾ ਦੀ ਲੜਾਈ, ਮੁਲਤਾਨ ਦੀ ਲੜਾਈ, ਰਾਮਨਗਰ ਦੀ ਲੜਾਈ ਜਾਂ ਬੋਥ A ਐਂਡ C। ਹੁਣ ਦੇਖੋ ਜੀ ਟੋਟਲ 4 ਲੜਾਈਆਂ ਹੋਈਆਂ ਸੀ, 2 ਸਿੱਖ ਜਿੱਤੇ ਸੀ, 2 ਬ੍ਰਿਟਿਸ਼ਰ ਜਿੱਤੇ ਸੀ। ਇਸ ਤੋਂ ਬਾਅਦ ਆਪਣਾ ਪੰਜਾਬ ਜਿਹੜਾ ਸੀ ਉਹ ਬ੍ਰਿਟਿਸ਼ ਭਾਰਤ ਦੇ ਅੰਡਰ ਆ ਗਿਆ ਸੀ। ਦੱਸੋ ਜੀ। ਸੋ ਇਹ ਤੁਸੀਂ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਏਗਾ। ਬੋਥ A ਐਂਡ C ਆਪਣਾ ਸਹੀ ਚਲਾ ਜਾਏਗਾ। ਨੈਕਸਟ ਕਰਦੇ ਹਾਂ ਜੀ। ਸੋ ਨਾਲ ਮੇਰਾ ਦਿੱਤਾ ਵੀ ਹੋਇਆ ਕਿ ਕਿਹੜੀ ਲੜਾਈ ਕਦੋਂ ਹੋਈ ਸੀ। ਸੋ ਲੀਡ ਕਿਹਨੇ ਕੀਤਾ ਸੀ, ਨਾਲ ਇਹ ਵੀ ਦਿੱਤਾ ਹੋਇਆ। ਸੋ ਆਖਰੀ ਕੁਐਸਚਨ ਆ ਗਿਆ ਜੀ। ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਕਿਸ ਸਾਲ ਵਿੱਚ ਬ੍ਰਿਟਿਸ਼ ਭਾਰਤ ਨਾਲ ਮਿਲਾ ਰਿਹਾ ਸੀ? ਇੰਪੋਰਟੈਂਟ ਕੁਐਸਚਨ ਬਣਦਾ। 1849 ਈਸਵੀ ਦੇ ਵਿੱਚ ਮਿਲਾ ਲਿਆ ਸੀਗਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੋਇਆ ਕਿ ਇਹ ਇੰਪੋਰਟੈਂਟ ਕੁਐਸਚਨ ਬਣਦੇ ਨੇ ਪੇਪਰ ਦੇ ਵਿੱਚ ਸੇਮ ਟੂ ਸੇਮ। ਮੈਂ ਸਿਰਫ PSSB PPSC ਜਾਂ ਕਿਸੇ ਵੀ ਪੇਪਰ ਦੇ ਵਿੱਚ ਪੰਜਾਬ ਦੇ ਪੇਪਰਾਂ ਦੇ ਵਿੱਚੋਂ ਹੀ ਚੱਕੇ ਹੋਏ ਕੁਐਸਚਨ ਨੇ। ਇਹ ਕੋਈ ਅਲੱਗ ਤੋਂ ਆਪਦੇ ਵੱਲੋਂ ਐਡ ਨਹੀਂ ਕੀਤੇ ਹੋਏ, ਇਹ ਕੁਐਸਚਨ ਬਣਦੇ ਨੇ। ਠੀਕ ਆ, 29 ਮਾਰਚ 1849 ਨੂੰ ਮਿਲਾ ਲਿਆ ਸੀ। ਠੀਕ ਹੈ ਜੀ। ਸੋ ਠੀਕ ਹੈ ਜੀ, ਹੁਣ ਆਪਣੀ ਇਹ ਕਲਾਸ ਖਤਮ ਹੋ ਗਈ ਆ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਸ਼ੇਅਰ ਕਰ ਦਿਓ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਲਾਈਕ ਕਰ ਦਿਓ। PDF ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਮਿਲ ਜੇਗੀ। ਅਗਲਾ ਜਿਹੜਾ ਆਪਣਾ ਕਲਾਸ ਹੋਊਗੀ ਉਹਦੇ ਵਿੱਚ ਆਪਾਂ ਸਮਾਜ ਸੁਧਾਰਕ ਤੇ ਧਰਮ ਸੁਧਾਰਕ ਲਹਿਰਾਂ ਬਾਰੇ ਕਰਾਂਗੇ, ਜਿਹਦੇ ਵਿੱਚ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸਾਰੀਆਂ ਆਪਣੀਆਂ ਜੋ ਵੀ ਰਿਲੀਜੀਅਸ ਸੋਸ਼ਲ ਜਾਂ ਰਿਲੀਜੀਅਸ ਮੂਵਮੈਂਟ ਸੀਗੀਆਂ ਸਾਰੀਆਂ ਕਵਰ ਹੋ ਜਾਣਗੀਆਂ। ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ ਇਹਦੇ ਵਿੱਚੋਂ। ਸੋ ਆਪਾਂ ਇਹ ਸਾਰਾ ਲਗਭਗ ਇਹਦੀਆਂ 2 ਕਲਾਸਾਂ ਤਾਂ ਹੋਣਗੀਆਂ ਘੱਟੋ ਘੱਟ, ਕਿਉਂਕਿ ਇਹਦੇ ਵਿੱਚ ਆਪਾਂ ਸਾਰਾ ਕੁਝ ਪੜ੍ਹਨਾ, ਜਿੱਦਾਂ ਕਿ ਜੈਤੋ ਦਾ ਮੋਰਚਾ ਹੋ ਗਿਆ, ਜੋ ਚਾਬੀਆਂ ਦਾ ਮੋਰਚਾ ਹੋਇਆ ਸੀਗਾ, ਜੋ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਜਿਹੜੇ ਮੈਂ ਤੁਹਾਨੂੰ ਕਿਹਾ ਸੀਗਾ ਹਾਂ ਆਪਣੀਆਂ ਕਲਾਸਾਂ ਰਹਿੰਦੀਆਂ ਨੇ, ਇਹ ਸਾਰੇ ਆਪਾਂ ਇਹਦੇ ਵਿੱਚ ਕਵਰ ਕਰ ਦਾਂਗੇ। ਠੀਕ ਆ ਜੀ। ਸੋ ਕੂਕਾ ਮੂਵਮੈਂਟ ਹੋ ਗਈ, ਸਾਰੇ ਜਿੰਨੀਆਂ ਲਹਿਰਾਂ ਹੋਈਆਂ ਸੀ ਉਸ ਟਾਈਮ ਦੇ ਉੱਤੇ ਉਹ ਸਾਰੀਆਂ ਆਪਾਂ ਇਹਦੇ ਵਿੱਚ ਕਵਰ ਕਰਾਂਗੇ। ਸੋ ਇਹਦੇ ਲਈ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਹੈਲਪ ਮਿਲੇਗੀ, ਕਿਉਂਕਿ ਪੇਪਰ ਦੇ ਵਿੱਚ ਇਹੀ ਪੰਜਾਬ ਹਿਸਟਰੀ ਦੇ ਵਿੱਚ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਕੁਐਸਚਨ ਆਉਂਦੇ ਨੇ। ਸੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਪੰਜਾਬ GK ਚੰਗੀ ਤਰ੍ਹਾਂ ਕਰ ਲਿਓ।
ਇੰਡੀਆ ਦੀ ਜੀਕੇ ਜਿਹੜੀ ਪੂਰੀ ਆ ਉਹਦੇ ਵਿੱਚ ਬਹੁਤ ਸਬਜੈਕਟ ਆ ਜਾਂਦੇ ਆ, ਬਟ ਪੰਜਾਬ ਜੀਕੇ ਤੁਹਾਡੀ 10 ਤੋਂ 20 ਨੰਬਰ ਦੀ ਆਊਗੀ PSSB ਪੇਪਰ 'ਚ। ਸੋ ਮੇਰੇ ਅਕੋਰਡਿੰਗ ਤਾਂ ਜਿੱਦਾਂ ਕਿ ਪੰਜਾਬ ਕਲਰਕ ਦਾ ਪੇਪਰ ਹੋਇਆ ਉਹਦੇ 'ਚ 20 ਨੰਬਰ ਦੀ ਪਾਤੀ ਸੀ ਇਹਨਾਂ ਨੇ ਪੰਜਾਬ ਜੀਕੇ ਤੋਂ, ਵਧੀਆ ਲੈਵਲ ਦੀ ਆਈ ਸੀ। ਸੋ ਇਹਦੇ ਵਿੱਚੋਂ ਤੁਸੀਂ 20 ਦੇ ਵਿੱਚੋਂ ਆਰਾਮ ਨਾਲ 18 ਨੰਬਰ ਲੈ ਸਕਦੇ ਹੋ ਅਗਰ ਤੁਸੀਂ ਪੂਰੀ ਚੰਗੀ ਤਰ੍ਹਾਂ ਕੀਤੀ ਹੋਈ ਆ। ਹਾਲਾਂਕਿ ਦੂਜੀ ਮੈਂ ਮੰਨਦਾ ਕਿ ਦੂਜੀ ਦੇ ਵਿੱਚ ਤੁਸੀਂ 15 ਦੇ ਆਸ-ਪਾਸ ਨੰਬਰ ਹੀ ਲੈ ਸਕਦੇ ਹੋ, 15-16 ਕਰ ਸਕਦੇ ਹੋ, ਕੋਈ ਵੱਡੀ ਗੱਲ ਨਹੀਂ। ਪਰ ਇਹਦੇ 'ਚੋਂ ਤੁਸੀਂ 20 'ਚੋਂ 18, ਕਈ ਵਾਰ 20 ਤੋਂ 20 ਜੇ ਪੇਪਰ ਥੋੜ੍ਹਾ ਸੌਖਾ ਆ ਜਾਵੇ ਤਾਂ 20 ਚੋਂ 20 ਵੀ ਲੈ ਸਕਦੇ ਹੋ ਜੇ ਤੁਸੀਂ ਚੰਗੀ ਤਰ੍ਹਾਂ ਕੀਤਾ ਹੋਇਆ। ਸੋ ਆਪਾਂ ਪੂਰਾ ਚੰਗੀ ਤਰ੍ਹਾਂ ਇਹਨੂੰ ਕੰਪਲੀਟ ਕਰਾਂਗੇ, ਠੀਕ ਹੈ। ਸੋ ਇੱਕ ਦੋ ਕੁਐਸਚਨ ਹਰੇਕ ਦੇ ਵਿੱਚ ਹੀ ਬਾਹਰੋਂ ਆ ਜਾਂਦੇ ਕਿਉਂਕਿ ਸਿਲੇਬਸ ਬਹੁਤ ਵਾਈਡ ਆ। ਇਹਦਾ ਜਿਹੜਾ ਸਿਲੇਬਸ ਜੀਕੇ ਦਾ ਸਿਲੇਬਸ ਹੁੰਦਾ ਨਾ ਬਹੁਤ ਵਾਈਡ ਸਿਲੇਬਸ ਹੁੰਦਾ, ਪਰ ਪੰਜਾਬ ਜੀਕੇ ਦਾ ਇੱਕ ਲਿਮਟਿਡ ਸਿਲੇਬਸ ਆ। ਜਿਹੜੀਆਂ ਆਪਣੀਆਂ 20 ਕਲਾਸਾਂ ਹੋਣਗੀਆਂ ਤੁਸੀਂ ਦੇਖੋਗੇ ਉਹਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਸੋ ਠੀਕ ਹੈ ਜੀ, ਹੁਣ ਆਪਣਾ ਟੈਲੀਗ੍ਰਾਮ ਚੈਨਲ ਆਪਣਾ ਜੁਆਇਨ ਕਰ ਲਿਓ t.me GK ਅਕੈਡਮੀ। ਜੇਕਰ ਤੁਸੀਂ ਨਾ ਜੁਆਇਨ ਨਹੀਂ ਕਰ ਪਾ ਰਹੇ ਹੁੰਦੇ ਹੋ ਤਾਂ ਤੁਸੀਂ ਨਾ ਆਪਣਾ ਟੈਲੀਗ੍ਰਾਮ 'ਤੇ ਸਿਰਫ ਆ GK ਅਕੈਡਮੀ ਪੰਜਾਬ ਲਿਖ ਕੇ ਸਰਚ ਮਾਰ ਲਓ, ਜਾਂ ਇਸ ਤਰ੍ਹਾਂ ਪੂਰਾ ਵੀ ਲਿਖ ਕੇ ਪਾ ਦੋਗੇ ਤਾਂ ਵੀ ਆ ਜਾਊਗਾ, ਤੁਹਾਨੂੰ ਮਿਲ ਜਾਏਗਾ, ਠੀਕ ਹੈ ਜੀ। ਧੰਨਵਾਦ। ਹੁਣ ਆਪਾਂ ਮਿਲਦੇ ਹਾਂ ਆਪਣੀ ਅਗਲੀ ਕਲਾਸ ਪੋਲਿਟੀ ਦੀ। ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਆਪਾਂ MCQ ਕਰਾਂਗੇ, ਇਹਦੇ ਆਪਾਂ ਟੌਪਿਕ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ। ਧੰਨਵਾਦ ਜੀ।